ਸੋ ਹੈਲੋ ਫਰੈਂਡਸ, ਅੱਜ ਆਪਾਂ ਗੱਲ ਕਰਨ ਜਾ ਰਹੇ ਸਸਕੈਚੁਅਨ ਦੇ ਬਾਰੇ। ਜੇ ਤੁਸੀਂ ਆਪਣੀ ਕੈਨੇਡਾ ਜਾਣ ਲਈ ਫਾਈਲ ਲਗਾਉਣਾ ਚਾਹੁੰਦੇ ਹੋ, ਕਈ ਵਾਰ ਆਪਣੇ CRS ਸਕੋਰ ਅੱਛਾ ਨਹੀਂ ਆਉਂਦਾ ਤੇ ਆਪਾਂ ਨੂੰ ਲੱਗਦਾ ਕਿ ਸ਼ਾਇਦ ਆਪਾਂ ਕੈਨੇਡਾ ਜਾ ਹੀ ਨਹੀਂ ਸਕਦੇ, ਪਰ ਇੱਥੇ ਹੋਰ ਵੀ ਇਮੀਗ੍ਰੇਸ਼ਨ ਦੇ ਪਲਾਨਸ ਨੇ ਜਿਸ ਨਾਲ ਤੁਸੀਂ ਲੋ CRS ਤੇ ਵੀ ਜਾ ਸਕਦੇ ਹੋ। ਠੀਕ ਹੈ, ਚਾਹੇ ਤੁਹਾਡੇ ਆਇਲਸ 'ਚ ਘੱਟ ਬੈਂਡ ਆ ਰਹੇ ਨੇ, ਜ਼ਰੂਰੀ ਨਹੀਂ ਹੈ ਕਿ 8777 ਆ ਰਹੇ ਕਿ ਨਹੀਂ। ਜੇ 8777 ਤੋਂ ਘੱਟ ਵੀ ਬੈਂਡ ਆ ਰਹੇ, ਤੁਸੀਂ ਉਹਦੇ ਵਿੱਚ ਵੀ ਕੁਝ ਪਲਾਨਸ ਇੱਦਾਂ ਦੇ ਨੇ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਉਹਨਾਂ ਵਿੱਚੋਂ ਇੱਕ ਪਲਾਨ ਸਸਕੈਚੁਅਨ ਦਾ ਹੈ, ਸਸਕੈਚੁਅਨ ਇਮੀਗ੍ਰੇਸ਼ਨ ਪ੍ਰੋਗਰਾਮ। ਇਹਦੇ ਅੰਡਰ ਵੀ ਦੋ ਤਿੰਨ ਕੈਟੇਗਰੀਜ਼ ਨੇ, ਆਪਾਂ ਡਿਸਕਸ ਕਰਾਂਗੇ। ਤੁਸੀਂ ਖੁਦ ਚੈੱਕ ਕਰ ਸਕਦੇ ਕਿ ਤੁਹਾਡੀ ਐਲੀਜੀਬਿਲਿਟੀ ਕਿਹਦੇ ਲਈ ਬਣਦੀ ਹੈ। ਮੈਂ 1 ਬਾਏ 1 ਤੁਹਾਨੂੰ ਐਕਸਪਲੇਨ ਕਰਾਂਗੀ ਕਿ ਤੁਸੀਂ ਆਪਣੀ ਐਲੀਜੀਬਿਲਿਟੀ ਕਿਵੇਂ ਚੈੱਕ ਕਰ ਸਕਦੇ ਹੋ, ਤੁਸੀਂ ਇਸ ਤੇ ਅਪਲਾਈ ਕਿਵੇਂ ਕਰ ਸਕਦੇ ਹੋ, ਤੁਹਾਨੂੰ ਕਿਹੜੀ ਵੈਬਸਾਈਟ ਤੇ ਜਾਣਾ ਪਏਗਾ ਇਸ ਤੇ ਅਪਲਾਈ ਕਰਨ ਲਈ। ਤੇ ਮੇਨ ਗੱਲ ਤੁਸੀਂ ਇਹ ਦੇਖ ਰਹੇ ਹੋ ਕਿ ਸਸਕੈਚੁਅਨ ਦੀ ਜਿਹੜੀ ਕੱਟ ਆਫ ਹੈ, ਜਿਹੜੀ CRS ਹੈ, ਉਹਦੇ ਹੀ ਲੋ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਪਹਿਲੀ ਗੱਲ। ਦੂਜੀ ਗੱਲ, ਤੁਹਾਨੂੰ ਆਇਲਸ ਦਾ ਵੀ ਹਾਈ ਸਕੋਰ ਦੀ ਲੋੜ ਨਹੀਂ ਹੈ ਇੱਥੇ ਅਪਲਾਈ ਕਰਨ ਲਈ। ਸਸਕੈਚੁਅਨ ਦਾ SINP ਪਲਾਨ, ਜੋ ਕਿ ਸਸਕੈਚੁਅਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਹੈ, ਉਸ 3 ਤਰ੍ਹਾਂ ਦੀ ਕੈਟੇਗਰੀ ਸੀ, 3 ਤਰ੍ਹਾਂ ਦੇ ਪਲਾਨਸ ਨੇ। ਪਹਿਲਾ ਪਲਾਨ ਕੀ ਹੈ? ਇੰਟਰਨੈਸ਼ਨਲ ਸਕਿਲਡ ਵਰਕਰ। ਇਸ 'ਚ ਉਹ ਪਰਸਨਸ ਜਾ ਸਕਦੇ ਨੇ ਜੋ ਸਕਿਲਡ ਵਰਕਰ ਹੈ ਤੇ ਉੱਥੇ ਜਾ ਕੇ ਰਹਿਣਾ ਚਾਹੁੰਦੇ ਹਨ ਜਾਂ ਕੰਮ ਕਰਨਾ ਚਾਹੁੰਦੇ ਹਨ। ਇਹ ਉਹ ਵਾਲੇ ਪਰਸਨਸ ਹੋਣਗੇ ਜਿਹੜੇ ਕੈਨੇਡਾ ਨਹੀਂ ਰਹਿ ਰਹੇ ਪਰ ਰਹਿ ਕਿਸੇ ਹੋਰ ਕੰਟਰੀ 'ਚ ਰਹੇ ਨੇ, ਜਿਵੇਂ ਇੰਡੀਆ ਵਗੈਰਾ ਤੋਂ ਆਪਾਂ ਜਾਣਾ ਚਾਹੁੰਦੇ ਹਾਂ, ਇੰਡੀਆ ਤੋਂ ਜਾਣਾ ਚਾਹੁੰਦੇ ਹਾਂ ਤਾਂ ਕਿਸੇ ਹੋਰ ਕੰਟਰੀ 'ਚ ਰਹਿ ਕੇ ਤੁਸੀਂ ਆਪਣਾ ਮੂਵ ਕਰਨਾ ਚਾਹੁੰਦੇ ਹੋ ਸਸਕੈਚੁਅਨ ਦੇ ਵਿੱਚ, ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ। ਬਸ ਕੰਡੀਸ਼ਨਸ ਹੁੰਦੀਆਂ ਕੁਝ ਕਿ ਤੁਹਾਡਾ ਮਿਨੀਮਮ 12 ਮੰਥ ਐਕਸਪੀਰੀਅੰਸ ਜ਼ਰੂਰੀ ਹੁੰਦਾ ਹੈ ਉਸੀ ਸਕਿਲਡ ਕੈਟੇਗਰੀ 'ਚ, ਤੇ ਉਹਦੇ ਕੁਝ NOC ਕੋਡਸ ਨੇ, ਓਕੂਪੇਸ਼ਨਸ ਨੇ। ਤੁਹਾਨੂੰ ਇੱਕ ਵਾਰ ਲਿਸਟ ਚੈੱਕ ਕਰਨੀ ਪੈਂਦੀ ਹੈ ਕਿ ਤੁਹਾਡੀ ਓਕੂਪੇਸ਼ਨ ਉਸ ਲਿਸਟ 'ਚ ਆ ਰਹੀ ਹੈ ਕਿ ਨਹੀਂ, ਜੋ ਲਿਸਟ ਸਸਕੈਚੁਅਨ ਲਈ ਵੈਲਿਡ ਹੈ। ਤੁਹਾਨੂੰ ਮੈਂ ਉਹ ਵੀ ਐਂਡ ਸ਼ੋ ਕਰਾਂਗੀ ਕਿ ਤੁਸੀਂ ਉਹ ਕਿੱਥੇ ਚੈੱਕ ਕਰ ਸਕਦੇ ਹੋ ਕਿ ਕਿਹੜੀ ਓਕੂਪੇਸ਼ਨਸ ਇਨ ਡਿਮਾਂਡ ਨੇ, ਤੁਸੀਂ ਕਿਹੜੀ ਕੈਟੇਗਰੀ 'ਚ ਆਪਣਾ ਸਕਿਲਡ ਵਰਕਰ ਦੇ ਵਿੱਚ ਲਗਾ ਸਕਦੇ ਹੋ। ਸੈਕਿੰਡ ਕਿਹੜਾ ਹੈ? ਸਸਕੈਚੁਅਨ ਐਕਸਪੀਰੀਅੰਸ ਕਲਾਸ। ਇਸ 'ਚ ਉਹ ਫੋਰਨਰਸ ਲਗਾ ਸਕਦੇ ਹੋ, ਫੋਰਨ ਨੈਸ਼ਨਲਸ ਲਗਾ ਸਕਦੇ ਨੇ ਜਿਹੜੇ ਹੁਣ ਕੈਨੇਡਾ ਦੇ ਵਿੱਚ ਇਸ ਟਾਈਮ ਹੈਗੇ ਹੈ, ਉੱਥੇ ਰਹਿ ਵੀ ਰਹੇ ਨੇ, ਉੱਥੇ ਕੰਮ ਵੀ ਕਰ ਰਹੇ ਨੇ। ਦੈਟ ਮੀਨਸ ਜੋ ਪ੍ਰੈਜ਼ੈਂਟਲੀ ਉੱਥੇ ਹੈਗੇ ਤੇ ਉਹਨਾਂ ਨੂੰ ਉੱਥੇ ਦਾ ਐਕਸਪੀਰੀਅੰਸ ਹੈ। ਸੋ ਸਸਕੈਚੁਅਨ ਦਾ ਅਗਰ ਤੁਸੀਂ 1 ਸਾਲ ਦਾ ਐਕਸਪੀਰੀਅੰਸ ਹੈ ਜਾਂ 6 ਮਹੀਨੇ ਦਾ ਜਾਂ 2 ਸਾਲ ਦਾ, ਉਸੇ ਅਕੋਰਡਿੰਗ ਤੁਸੀਂ ਆਪਣੀ ਫਾਈਲ ਅਪਲਾਈ ਕਰੋਗੇ। ਸੋ ਸੈਕਿੰਡ ਵਾਲਾ ਜਿਹੜਾ ਹੈਗਾ ਉਹ ਪਰਸਨਸ ਲਈ ਹੈ ਜੋ ਫਿਲਹਾਲ ਸਸਕੈਚੁਅਨ 'ਚ ਨੇ ਤੇ ਉੱਥੋਂ ਦੀ ਹੀ ਅਪਲਾਈ ਕਰਨਾ ਚਾਹੁੰਦੇ ਆ। ਤਾਂ ਥਰਡ ਵਾਲਾ ਪਲਾਨ ਹੈ ਉਹ ਐਂਟਰਪ੍ਰੀਨਰ ਐਂਡ ਫਾਰਮ ਵਾਲਾ ਹੈ। ਉਹਦੇ ਵਿੱਚ ਕਿ ਜੇ ਤੁਸੀਂ ਆਪਣਾ ਕੋਈ ਬਾਹਰ ਜਾ ਕੇ ਕੋਈ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ ਜਾਂ ਕੋਈ ਫਾਰਮ ਖਰੀਦਣਾ ਚਾਹੁੰਦੇ ਹੋ ਜਾਂ ਉਹਨੂੰ ਆਪਰੇਟ ਕਰਨਾ ਚਾਹੁੰਦੇ ਹੋ, ਮਤਲਬ ਤੁਸੀਂ ਉਹ 'ਤੇ ਆਪਣੀ ਮਨੀ ਇਨਵੈਸਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਥਰਡ ਪਲਾਨ 'ਚ ਆਪਣੀ ਫਾਈਲ ਲਗਾ ਸਕਦੇ ਹੋ। ਮਤਲਬ 3 ਪਲਾਨਸ ਨੇ, ਪਰ ਜੇ ਆਪਾਂ ਬਾਹਰੋਂ ਲਗਾ ਰਹੇ ਹਾਂ ਤਾਂ ਆਪਣੇ ਲਈ 2 ਪਲਾਨ ਇਹਨਾਂ 'ਚ ਵੈਲਿਡ ਜ਼ਿਆਦਾ ਹੋਣਗੇ ਜੇ ਆਪਾਂ ਜਿਵੇਂ ਕਿਸੇ ਹੋਰ ਕੰਟਰੀ ਤੋਂ ਅਪਲਾਈ ਕਰ ਰਹੇ ਹਾਂ। ਪਹਿਲੇ ਵਾਲਾ ਇੰਟਰਨੈਸ਼ਨਲ ਵਾਲਾ ਤੇ ਥਰਡ ਵਾਲਾ ਜੇ ਤੁਸੀਂ ਇਨਵੈਸਟਮੈਂਟ ਕਰਕੇ ਜਾ ਸਕਦੇ ਹੋ ਉੱਥੇ। ਤੇ ਮੇਨਲੀ ਮੈਂ ਪਹਿਲੇ ਵਾਲਾ ਹੀ ਡਿਸਕਸ ਕਰਾਂਗੀ ਅੱਜ, ਕਿਉਂਕਿ ਪਹਿਲੇ ਵਾਲੇ ਦੇ ਵਿੱਚ ਮੈਕਸਿਮਮ ਸਾਰੇ ਐਲੀਜੀਬਲ ਹੋ ਸਕਦੇ ਨੇ। ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਇੰਟਰਨੈਸ਼ਨਲ ਸਕਿਲਡ ਵਰਕਰ ਦੀ। ਤੁਸੀਂ ਉਹਦੇ ਲਈ ਐਲੀਜੀਬਿਲਿਟੀ ਕਿਵੇਂ ਚੈੱਕ ਕਰ ਸਕਦੇ ਹੋ ਆਪਣੀ? ਸਭ ਤੋਂ ਪਹਿਲਾਂ ਇਹਦੇ 'ਚ ਕੀ ਹੁੰਦਾ ਹੈ, ਇੱਕ ਪੁਆਇੰਟ ਅਸੈਸਮੈਂਟ ਗ੍ਰਿਡ ਹੁੰਦਾ ਹੈ। ਉਹ ਕਿਸ ਅਕੋਰਡਿੰਗ ਤੁਹਾਡੇ ਪੁਆਇੰਟ ਬਣਦੇ ਹੋ ਮੈਂ ਡਿਸਕਸ ਕਰਾਂਗੀ। ਤੁਸੀਂ ਆਪਣੇ ਪੁਆਇੰਟ ਕਿਵੇਂ ਚੈੱਕ ਕਰ ਸਕਦੇ ਹੋ? ਮੇਨਲੀ ਟੋਟਲ ਪੁਆਇੰਟਸ ਹੁੰਦੇ 100, ਜੇ ਉਸ 'ਚੋਂ ਤੁਹਾਡੇ 60 ਪੁਆਇੰਟ ਬਣ ਰਹੇ ਹੈ ਤੁਸੀਂ ਕੱਟ ਆਫ ਕਲੀਅਰ ਕਰ ਜਾਂਦੇ ਹੋ। ਮਤਲਬ ਮਿਨੀਮਮ ਰਿਕੁਆਇਰਮੈਂਟ ਹੈ ਕਿ ਤੁਹਾਡੇ 60 ਪੁਆਇੰਟ ਆਉਣੇ ਚਾਹੀਦੇ ਆ 100 ਦੇ ਵਿੱਚੋਂ, ਤਾਂ ਤੁਸੀਂ ਆਪਣੀ ਫਾਈਲ ਉਹਦੇ ਵਿੱਚ ਐਕਸਪ੍ਰੈਸ਼ਨ ਆਫ ਇੰਟਰਸਟ ਅਪਲਾਈ ਕਰ ਸਕਦੇ ਹੋ। ਮਿਨੀਮਮ ਅਗਰ ਤੁਹਾਡੀ ਕੱਟ ਆਫ 60 ਹੈ। ਮਿਨੀਮਮ ਤੁਹਾਡੀ ਕੱਟ ਆਫ ਹੈ ਉਹਦੀ 60। ਠੀਕ ਹੈ, ਉਸ ਤੋਂ ਬਾਅਦ ਮੈਕਸਿਮਮ ਪੁਆਇੰਟਸ ਉਹ ਫੈਕਟਰ 1, 2 ਤਰ੍ਹਾਂ ਦੇ ਫੈਕਟਰਸ ਹੁੰਦੇ ਇਹਦੇ ਵਿੱਚ। ਠੀਕ ਹੈ, ਫੈਕਟਰ 1 ਜਿਵੇਂ ਉਹ ਵਾਲੇ ਫੈਕਟਰਸ ਹੁੰਦੇ, ਏਜ ਹੋ ਗਿਆ, ਆਇਲਸ ਦਾ ਸਕੋਰ ਹੋ ਗਿਆ, ਤੁਹਾਡੀ ਐਜੂਕੇਸ਼ਨ ਹੋ ਗਈ, ਤੁਹਾਡਾ ਐਕਸਪੀਰੀਅੰਸ ਹੋ ਗਿਆ। 70 ਪੁਆਇੰਟ ਉਹਦੇ ਹੁੰਦੇ ਨੇ ਤੇ 30 ਪੁਆਇੰਟ ਜਿਹੜੇ ਹੁੰਦੇ ਨੇ ਉਹ ਉਸ ਲਈ ਹੁੰਦੇ ਆ ਫੈਕਟਰ 2 ਲਈ। ਫੈਕਟਰ 2 ਉਹਨਾਂ ਲਈ ਹੁੰਦਾ ਜਿਨ੍ਹਾਂ ਨੂੰ ਉੱਥੇ ਕੋਈ ਜੌਬ ਆਫਰ ਮਿਲ ਜਾਵੇ ਜਾਂ ਜਿਨ੍ਹਾਂ ਨੂੰ ਉੱਥੇ ਕੋਈ ਐਕਸਪੀਰੀਅੰਸ ਹੋਵੇ ਉੱਥੇ ਦਾ, ਜਾਂ ਜਿਨ੍ਹਾਂ ਨੇ ਉੱਥੇ ਕੋਈ ਸਟੱਡੀ ਕੀਤੀ ਹੋਈ ਹੈ ਜਾਂ ਕਿਸ ਦਾ ਰਿਲੇਟਿਵ ਉੱਥੇ ਰਹਿ ਰਿਹਾ ਹੈ, ਤਾਂ ਉਹਨਾਂ ਲਈ ਇਹ 30 ਪੁਆਇੰਟਸ ਹੁੰਦੇ ਨੇ। ਮਤਲਬ ਮੇਜਰ ਜੇ ਤੁਸੀਂ ਬਾਹਰੋਂ ਅਪਲਾਈ ਕਰ ਰਹੇ ਹੋ, ਤੁਹਾਡੇ ਕੋਲ ਕੋਈ ਜੌਬ ਆਫਰ ਨਹੀਂ, ਉੱਥੇ ਦਾ ਕੋਈ ਫੈਮਿਲੀ ਨਹੀਂ ਰਹਿੰਦੀ, ਤੁਸੀਂ 70 ਚੋਂ ਹੀ ਮਾਰਕਸ ਤੁਹਾਡੇ ਬਣਨਗੇ ਉਹਦੇ ਵਿੱਚ। ਇਹ 30 ਮਾਰਕਸ ਜਿਹੜੇ ਨੀਚੇ ਵਾਲੇ ਹੈ ਇਹ ਉਹਨਾਂ ਲਈ ਹੀ ਵੈਲਿਡ ਹੈ ਜਿਹੜੇ ਪਰਸਨਸ ਇੱਦਾਂ ਦੇ ਨੇ ਜਿਨ੍ਹਾਂ ਦਾ ਉੱਥੇ ਕੋਈ ਰਿਲੇਟਿਵ ਰਹਿ ਰਿਹਾ, ਜੌਬ ਆਫਰ ਹੈ ਜਾਂ ਉਹਨਾਂ ਨੇ ਉੱਥੇ ਕੋਈ ਐਜੂਕੇਸ਼ਨ ਕੀਤੀ ਹੈ। ਐਂਡ ਨੈਕਸਟ ਇਸ ਤੋਂ ਬਾਅਦ ਇਹ ਪੁਆਇੰਟ ਤੁਸੀਂ ਕਿਵੇਂ ਕੈਲਕੂਲੇਟ ਕਰ ਸਕਦੇ ਹੋ ਆਪਣੇ, ਹਾਊ ਟੂ ਕੈਲਕੂਲੇਟ ਦਾ ਪੁਆਇੰਟਸ, ਕਿਵੇਂ ਕੈਲਕੂਲੇਟ ਕਰੋਗੇ? ਸਭ ਤੋਂ ਪਹਿਲਾਂ ਐਜੂਕੇਸ਼ਨ ਦੇ ਬੇਸ ਤੇ
ਐਜੂਕੇਸ਼ਨ ਦੇ ਵਿੱਚ ਤੁਸੀਂ ਕੀ ਦੇਖੋਗੇ ਕਿ ਤੁਹਾਡੇ ਕੋਲ ਮਾਸਟਰ ਡਿਗਰੀ ਹੈ ਜਾਂ ਡਾਕਟਰੇਟ ਡਿਗਰੀ ਹੈ ਤਾਂ ਤੁਸੀਂ ਕਿਹੜੇ ਤੁਹਾਡੇ ਕਿੰਨੇ ਪੁਆਇੰਟਸ ਹੋਣਗੇ 23 ਪੁਆਇੰਟਸ ਹੋਣਗੇ। ਜੇ ਬੈਚਲਰਸ ਡਿਗਰੀ ਤੁਸੀਂ ਅਪਲਾਈ ਕੀਤੀ ਹੈ, ਬੈਚਲਰ ਡਿਗਰੀ ਦੇ ਅੰਡਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਜੋ ਡਿਗਰੀ 3 ਸਾਲ ਜਾਂ 4 ਸਾਲ ਦੀ ਹੁੰਦੀ ਹੈ, ਜਿਵੇਂ ਬੈਚਲਰਸ ਕੁਝ 3 ਦੀ ਹੁੰਦੀ ਹੈ, ਕੁਝ 4 ਦੀ। ਕੈਨੇਡੀਅਨ ਇਕੁਇਵੈਲੈਂਸੀ ਦੇ ਅਕੋਰਡਿੰਗ ਅਗਰ ਤੁਹਾਡੀ ਬੈਚਲਰ ਡਿਗਰੀ ਕਾਊਂਟ ਹੋ ਰਹੀ ਹੈ ਜਾਂ ਟ੍ਰੇਡ ਸਰਟੀਫਿਕੇਸ਼ਨ ਕਾਊਂਟ ਹੋ ਰਿਹਾ ਤਾਂ ਤੁਹਾਨੂੰ 20 ਮਾਰਕਸ ਮਿਲ ਜਾਂਦੇ ਉਸ 'ਤੇ। ਤੇ ਜੇ ਤੁਹਾਡਾ ਡਿਪਲੋਮਾ ਹੈ, ਤੁਹਾਨੂੰ ਕੈਨੇਡੀਅਨ ਇਕੁਇਵੈਲੈਂਸੀ 'ਚ ਡਿਪਲੋਮਾ ਕਾਊਂਟ ਹੁੰਦਾ। ਡਿਪਲੋਮਾ ਮੋਸਟਲੀ ਹੁੰਦਾ ਵੈ 2 ਤੋਂ 3 ਸਾਲ ਦੇ ਵਿੱਚ ਮਤਲਬ ਤੁਹਾਡਾ 3 ਸਾਲ ਤੋਂ ਘੱਟ ਦਾ ਅਗਰ ਕੋਈ ਤੁਹਾਡਾ ਕੋਰਸ ਹੈਗਾ ਤਾਂ ਤੁਹਾਨੂੰ ਉਹ ਡਿਪਲੋਮਾ ਕਾਊਂਟ ਹੋਊਗਾ, ਤਾਂ ਉਹਦੇ 15 ਪੁਆਇੰਟ ਮਿਲ ਜਾਂਦੇ ਹੈ। ਤੇ ਸਰਟੀਫਿਕੇਟ ਕੈਨੇਡੀਅਨ ਇਕੁਇਵੈਲੈਂਸੀ ਸਰਟੀਫਿਕੇਟ ਜਿਹੜਾ 1 to 2 ਇਅਰਸ ਦੇ ਵਿੱਚ ਹੁੰਦਾ, ਮਤਲਬ ਜਿਹਦਾ ਜਿਹੜਾ ਟਾਈਮ ਪੀਰੀਅਡ ਹੈ 2 ਸਾਲ ਤੋਂ ਘੱਟ ਹੋਊਗਾ ਕੋਰਸ ਦਾ, ਤਾਂ ਉਹਦੇ ਪੁਆਇੰਟ 12 ਮਿਲਣਗੇ। ਸੋ ਐਜੂਕੇਸ਼ਨ ਦੇ ਮੈਕਸਿਮਮ ਪੁਆਇੰਟਸ ਕਿੰਨੇ ਮਿਲ ਸਕਦੇ ਨੇ 23 ਮਿਲ ਸਕਦੇ ਆ। ਸਭ ਤੋਂ ਮੈਕਸਿਮਮ ਪੁਆਇੰਟ ਜਿਹਨੇ ਮਾਸਟਰ ਡਿਗਰੀ ਕੀਤੀ ਹੋਈ ਹੈ ਜਾਂ ਡਾਕਟਰੇਟ ਡਿਗਰੀ ਜਿਹਦੇ ਕੋਲ ਹੈਗੀ ਹੈ, ਮਤਲਬ PhD ਵਗੈਰਾ ਜਿਹਨੇ ਕੀਤੀ ਹੋਈ ਹੈ ਜਾਂ ਮਾਸਟਰ ਡਿਗਰੀ ਕੀਤੀ ਹੋਈ ਹੈ। ਸੋ ਮੈਕਸਿਮਮ ਆਪਾਂ ਇਸ ਤੋਂ ਇੱਦਾਂ ਲੈ ਸਕਦੇ ਹਾਂ, ਇੰਨੇ ਮਾਰਕਸ 23। ਫਿਰ ਨੈਕਸਟ ਤੁਸੀਂ ਆਪਣੇ ਕੈਲਕੂਲੇਟ ਕਰ ਸਕਦੇ ਹੋ ਵਰਕ ਐਕਸਪੀਰੀਅੰਸ ਤੇ। ਮਿਨੀਮਮ ਵਰਕ ਐਕਸਪੀਰੀਅੰਸ ਕਿੰਨਾ ਹੋਣਾ ਚਾਹੀਦਾ ਤੁਹਾਡੇ ਕੋਲ 12 ਮੰਥ ਦਾ ਹੋਣਾ ਹੀ ਚਾਹੀਦਾ। 12 ਮਹੀਨੇ ਦਾ ਮਿਨੀਮਮ ਰਿਕੁਆਇਰਮੈਂਟ ਹੀ ਹੈਗੀ ਹੈ ਤੁਹਾਨੂੰ, ਇਹ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਹਾਡੇ ਪੁਆਇੰਟਸ ਕਿਵੇਂ ਕੈਲਕੂਲੇਟ ਹੁੰਦੇ ਨੇ, ਜੇ ਪਿਛਲੇ 5 ਸਾਲਾਂ ਦੇ ਵਿੱਚ ਤੁਸੀਂ ਦੇਖੋਗੇ ਅਪਲਾਈ ਕਰਨ ਦੀ ਟਾਈਮ ਸਬਮਿਸ਼ਨ ਡੇਟ ਤੋਂ ਪਹਿਲਾਂ ਪਿਛਲੇ 5 ਸਾਲਾਂ ਦੇ ਵਿੱਚ ਅਗਰ ਤੁਹਾਡੇ ਕੋਲ 5 ਸਾਲ ਦਾ ਹੀ ਪੂਰਾ ਐਕਸਪੀਰੀਅੰਸ ਹੈ ਤਾਂ 10 ਪੁਆਇੰਟ ਮੈਕਸਿਮਮ ਪੁਆਇੰਟ ਉਦੋਂ ਹੀ ਮਿਲਣਗੇ ਜੇ ਤੁਸੀਂ 5 ਸਾਲ ਦਾ ਐਕਸਪੀਰੀਅੰਸ ਲਗਾ ਸਕਦੇ ਹੋ ਆਪਣਾ। ਜੇ 4 ਦਾ ਲਗਾਓਗੇ ਉਹੀ 8 ਪੁਆਇੰਟ ਮਿਲ ਸਕਦੇ ਆ। 3 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੈਗਾ ਵਾ ਤਾਂ 6 ਪੁਆਇੰਟ ਮਿਲ ਸਕਦੇ ਆ। ਅਗਰ 2 ਸਾਲ ਦਾ ਐਕਸਪੀਰੀਅੰਸ ਹੈਗਾ ਤਾਂ 4 ਪੁਆਇੰਟ, ਇੱਦਾਂ 1 ਸਾਲ ਦਾ ਹੈਗਾ ਤਾਂ 2 ਪੁਆਇੰਟਸ। ਤੁਸੀਂ ਇੱਥੋਂ ਆਪਣੇ ਪੁਆਇੰਟਸ ਥੋੜਾ ਜਿੰਨਾ ਵੀ ਐਕਸਪੀਰੀਅੰਸ ਹੈ ਉਹਦੇ ਅਕੋਰਡਿੰਗ ਕਾਊਂਟ ਕਰ ਸਕਦੇ ਹੋ। ਨੈਕਸਟ, ਜੇ ਤੁਸੀਂ ਦੇਖੋ ਕਿ ਤੁਹਾਡਾ ਉਸ ਤੋਂ ਵੀ ਪਿੱਛੇ ਮਤਲਬ 5 ਸਾਲ ਤੋਂ ਵੀ ਪਹਿਲਾਂ 6 ਤੋਂ 10 ਸਾਲਾਂ ਦੇ ਵਿੱਚ ਵੀ ਤੁਸੀਂ ਕੁਝ ਕੰਮ ਕੀਤਾ, ਵਰਕ ਕੀਤਾ, ਤੁਹਾਨੂੰ ਉਹਦੇ ਵੀ ਐਕਸਟਰਾ ਪੁਆਇੰਟ ਮਿਲ ਸਕਦੇ ਨੇ। ਜੇ ਤੁਸੀਂ ਉਹ 6 ਤੋਂ 10 ਸਾਲ ਪੁਰਾਣੇ ਟਾਈਮ ਦੇ ਵਿੱਚ 5 ਸਾਲ ਹੀ ਕੰਮ ਕੀਤਾ ਹੋਊਗਾ ਤਾਂ ਤੁਹਾਨੂੰ 5 ਪੁਆਇੰਟ ਮਿਲ ਜਾਣਗੇ। ਇੱਦਾਂ 4 ਲਈ ਕੀਤਾ ਹੋਊਗਾ ਤਾਂ ਤੁਹਾਨੂੰ 4 ਪੁਆਇੰਟ ਮਿਲ ਜਾਣਗੇ। 3 ਲਈ ਕੀਤਾ ਹੋਊਗਾ ਤਾਂ 3 ਪੁਆਇੰਟ ਮਿਲ ਜੂਗੇ। ਇੱਦਾਂ 2 ਸਾਲ ਲਈ ਕੀਤਾ ਹੋਊਗਾ ਤਾਂ 2 ਪੁਆਇੰਟ। ਜੇ ਤੁਸੀਂ 1 ਸਾਲ ਲਈ ਵੀ ਨਹੀਂ ਕੀਤਾ, ਲੈਸ ਦੈਨ 1 ਈਅਰ ਹੈ ਤੁਹਾਡਾ, ਤਾਂ 0 ਪੁਆਇੰਟਸ ਹੈ। ਸੋ ਤੁਸੀਂ ਇਹਦੇ ਅਕੋਰਡਿੰਗ ਆਪਣੇ ਪੁਆਇੰਟਸ ਕੈਲਕੂਲੇਟ ਕਰ ਸਕਦੇ ਹੋ। ਐਕਸਪੀਰੀਅੰਸ ਤੇ ਤੁਸੀਂ ਇਦਾਂ ਇਸ ਅਕੋਰਡਿੰਗ ਪੁਆਇੰਟਸ ਦੇਖ ਸਕਦੇ ਹੋ। ਮਤਲਬ ਐਕਸਪੀਰੀਅੰਸ ਦੇ ਕਿੰਨੇ ਹੋ ਗਏ 10, ਜੇ ਤੁਸੀਂ 5 ਸਾਲ ਪਹਿਲਾਂ ਕੀਤਾ ਹੈ ਤੇ ਉਸ ਤੋਂ ਪਹਿਲਾਂ ਵੀ ਤੁਸੀਂ ਹੋਰ 5 ਸਾਲ ਕੀਤਾ ਤਾਂ 10 + 5 ਤੁਹਾਡੇ 15 ਪੁਆਇੰਟ, ਤੁਹਾਨੂੰ 15 ਪੁਆਇੰਟ ਮੈਕਸਿਮਮ ਮਿਲ ਸਕਦੇ ਆ ਤੁਹਾਡੇ ਐਕਸਪੀਰੀਅੰਸ ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਲੈਂਗੁਏਜ ਐਬਿਲਿਟੀ ਅਗਰ ਚੈੱਕ ਕਰਨੀ ਹੈ ਆਪਣੀ, ਤੁਸੀਂ ਹਰ ਤਰ੍ਹਾਂ ਦੇ ਮਤਲਬ ਪਰਸਨਸ ਆਇਲਸ ਦੇ ਜਿਹਦੇ ਡਿਫਰੈਂਟ ਮਾਰਕਸ ਆਏ ਨਾ ਅਪਲਾਈ ਕਰ ਸਕਦੇ ਆ। ਬਸ ਡਿਪੈਂਡ ਕਰਦਾ ਹੈ ਕਿ CLB 4 ਦੇ ਪੁਆਇੰਟਸ ਥੋੜੇ ਹੋਰ ਹੁੰਦੇ ਆ, 5 ਦੇ ਹੋਰ ਹੁੰਦੇ ਆ, 6 ਦੇ ਹੋਰ ਹੁੰਦੇ ਆ, 7 ਦੇ ਹੋਰ ਹੁੰਦੇ ਆ, ਇੱਦਾਂ 8 ਐਂਡ ਹਾਇਰ ਦੇ ਅਲੱਗ ਹੁੰਦੇ ਆ। ਸਭ ਤੋਂ ਮੈਕਸਿਮਮ ਬੈਂਡਸ ਤੁਹਾਡੇ ਉਹੀ ਆਣਗੇ, ਪੁਆਇੰਟਸ ਲੱਗਣਗੇ ਕਿ ਤੁਹਾਡੇ ਬੈਂਡਸ CLB 8 ਜਾਂ ਉਸ ਤੋਂ ਹਾਇਰ ਹੋਣਗੇ ਤਾਂ ਤੁਹਾਨੂੰ 20 ਪੁਆਇੰਟ ਸਭ ਤੋਂ ਮੈਕਸਿਮਮ ਪੁਆਇੰਟਸ ਮਿਲ ਜਾਂਦੇ ਆ। ਬਾਕੀਆਂ ਦੀ ਅਲੱਗ-ਅਲੱਗ, ਜਿਵੇਂ 7 ਲਈ 18 ਹੈ, CLB 6 ਲਈ 16 ਹੈ, CLB 5 ਲਈ 14 ਹੈ, CLB 4 ਲਈ 12 ਹੈ। ਜੇ ਤੁਸੀਂ ਆਇਲਸ ਕੀਤੀ ਹੀ ਨਹੀਂ ਹੋਈ ਤੁਹਾਡੇ 0 ਪੁਆਇੰਟ ਕਾਊਂਟ ਹੋਣਗੇ ਇਹਦੇ ਵਿੱਚ। ਸੋ ਇਹਦੇ ਵਿੱਚ ਲੈਂਗੁਏਜ ਐਬਿਲਿਟੀ 'ਚ ਮੈਕਸਿਮਮ ਪੁਆਇੰਟ ਕਿੰਨੇ ਬਣ ਗਏ ਤੁਹਾਡੇ 20 ਬਣ ਸਕਦੇ ਆ। ਨੈਕਸਟ, ਹੁਣ ਇਹ CLB ਕਾਊਂਟ ਕਿਵੇਂ ਕਰਨੀ ਹੈ, ਕਿਵੇਂ ਪਤਾ ਕਰਨਾ ਹੈ ਕਿ ਤੁਹਾਡਾ ਆਇਲਸ ਦਾ ਸਕੋਰ ਕਿਹੜੀ CLB 'ਚ ਆ ਰਿਹਾ ਹੈ। CLB 4 ਦਾ ਮਤਲਬ ਹੈ ਜੇ ਤੁਹਾਡੇ ਰੀਡਿੰਗ ਦੇ ਵਿੱਚ ਵੀ 4 ਨੇ, ਰਾਈਟਿੰਗ ਦੇ ਵਿੱਚ ਵੀ 4 ਨੇ, ਲਿਸਨਿੰਗ 'ਚ ਵੀ 4 ਨੇ, ਸਪੀਕਿੰਗ 'ਚ ਵੀ 4 ਨੇ। ਕਹਿਣ ਦਾ ਮਤਲਬ CLB 4 ਦੇ ਵੀ ਤੁਹਾਨੂੰ ਪੁਆਇੰਟ ਮਿਲ ਰਹੇ ਹੈ। ਬਹੁਤ ਲੋ ਆਇਲਸ ਮਾਰਕਸ ਹੈ, ਜਿਵੇਂ ਹੁਣ ਤੁਹਾਡੇ ਰੀਡਿੰਗ 'ਚੋਂ 4 ਹੈ, ਰਾਈਟਿੰਗ 'ਚੋਂ 4 ਹੈ, ਲਿਸਨਿੰਗ 'ਚੋਂ 4 ਹੈ, ਸਪੀਕਿੰਗ 'ਚੋਂ 4 ਹੈ, ਸਭ 'ਚੋਂ 4 ਨੇ। ਕਾਫੀ ਲੋ ਬੈਂਡਸ ਨੇ, ਫਿਰ ਵੀ ਤੁਹਾਨੂੰ ਕੁਛ ਨਾ ਕੁਛ ਪੁਆਇੰਟਸ ਮਿਲ ਜਾਂਦੇ ਆ। ਜਿਵੇਂ CLB 4 ਦੇ 12 ਪੁਆਇੰਟਸ ਤੁਹਾਨੂੰ ਮਿਲ ਜਾਂਦੇ, ਤਾਂ ਹੀ ਕਰਕੇ ਸਸਕੈਚੁਅਨ 'ਚ ਲਗਾਉਣ ਦਾ ਫਾਇਦਾ ਹੋ ਜਾਂਦਾ ਹੈ। ਠੀਕ ਹੈ। ਇਦਾਂ ਹੀ ਹੁਣ ਆਪਾਂ CLB 8 ਜਾਂ ਮੋਰ ਜੇ ਮੈਕਸਿਮਮ ਪੁਆਇੰਟ ਚੈੱਕ ਕਰਨੇ ਆਪਾਂ ਨੂੰ ਕਦੋਂ ਮਿਲਣਗੇ, ਜੇ CLB 8 ਉਦੋਂ ਹੋਣਗੇ ਜੇ ਰੀਡਿੰਗ 'ਚ 8 ਹੋਣਗੇ, ਰਾਈਟਿੰਗ 'ਚ 8 ਹੋਣਗੇ, ਲਿਸਨਿੰਗ 'ਚ 8 ਹੋਣਗੇ, ਸਪੀਕਿੰਗ 'ਚ ਵੀ 8 ਹੋਣਗੇ, ਫਿਰ ਆਪਣੇ CLB 8 ਜਾਂ ਔਰ ਮੋਰ ਹੋ ਸਕਦਾ ਉਸ ਤੋਂ ਬੜੀ। ਠੀਕ ਹੈ। ਤੁਸੀਂ ਪਰ ਹਰ ਇੱਕ ਆਇਲਸ ਬੈਂਡ ਲਈ ਤੁਹਾਡੇ ਪੁਆਇੰਟਸ ਕਾਊਂਟ ਹੋ ਸਕਦੇ ਨੇ। ਨੈਕਸਟ, ਅਗਰ ਤੁਸੀਂ ਏਜ ਫੈਕਟਰ ਚੈੱਕ ਕਰੋ ਤੇ ਜੇ 18 ਸਾਲ ਤੋਂ ਘੱਟ ਦੀ ਤੁਹਾਡੀ ਉਮਰ ਹੈ ਤਾਂ ਤੁਹਾਡੇ ਪੁਆਇੰਟ 0 ਕਾਊਂਟ ਹੋਣੇ, ਫਿਰ ਤੁਹਾਡੇ ਕੋਈ ਪੁਆਇੰਟ ਨਹੀਂ ਲੱਗਣੇ। ਜੇ 50 ਸਾਲ ਤੋਂ ਤੁਹਾਡੀ ਵੱਧ ਉਮਰ ਹੈ ਤਾਂ ਵੀ ਤੁਹਾਡੇ ਪੁਆਇੰਟ 0 ਹੀ ਲੱਗਣੇ ਨੇ। ਮਤਲਬ 50 ਸਾਲ ਤੋਂ ਬਾਅਦ ਦੀ ਉਮਰ ਵਾਲਾ ਜਾਂ 18 ਸਾਲ ਤੋਂ ਘੱਟ ਦੀ ਉਮਰ ਵਾਲਾ 0 ਹੀ ਪੁਆਇੰਟ ਕਾਊਂਟ ਹੋਣੇ ਆ ਇਹਦੇ ਵਿੱਚ। ਨੈਕਸਟ, ਅਗਰ 18 to 21 ਦੇਖੀਏ ਤਾਂ 8 ਪੁਆਇੰਟਸ ਹੋਣੇ ਨੇ, ਕਿਉਂਕਿ ਉਦੋਂ ਕਈ ਬੱਚੇ ਹਜੇ ਪੜ੍ਹ ਰਹੇ ਹੁੰਦੇ ਆ, ਕੋਈ ਗ੍ਰੈਜੂਏਸ਼ਨ ਕਰ ਰਿਹਾ ਹੁੰਦਾ। ਪਰ ਜੇ 22 ਤੋਂ ਲੈ ਕੇ
34 ਤੱਕ ਦੇਖੀਏ, ਮਤਲਬ 22 to 34 ਤੱਕ ਦੇਖੀਏ, ਇਹ ਵਾਲੇ ਦੇ ਪੁਆਇੰਟ ਮੈਕਸਿਮਮ ਹੁੰਦੇ ਨੇ, ਕਿਉਂਕਿ ਇਹਦੇ ਇਸ ਪਰਸਨ ਕੋਲ ਐਕਸਪੀਰੀਅੰਸ ਵੀ ਹੋਏਗਾ, ਡਿਗਰੀਜ਼ ਵੀ ਹੋਣਗੀਆਂ, ਤਾਂ ਉਹਦੇ ਪੁਆਇੰਟਸ ਮੈਕਸਿਮਮ 12 ਬਣ ਜਾਂਦੇ ਜੇ ਤੁਹਾਡੀ ਏਜ 34 ਤੋਂ ਘੱਟ ਹੈ ਤੇ 22 ਤੋਂ ਜ਼ਿਆਦਾ ਹੈ। ਸੋ ਇਸ ਕੈਟੇਗਰੀ ਦੇ ਪਰਸਨ ਨੂੰ ਸਭ ਤੋਂ ਵੱਧ ਪੁਆਇੰਟਸ ਇਸ 'ਚ ਮਿਲ ਜਾਂਦੇ 12 ਪੁਆਇੰਟਸ। ਐਂਡ ਨੈਕਸਟ, ਹੁਣ ਜੇ ਇਹ ਤਾਂ ਸਾਰੇ ਫੈਕਟਰਸ ਜਿਹੜੇ ਹੁਣ ਤੱਕ ਮੈਂ ਤੁਹਾਨੂੰ ਦੱਸਿਆ ਉਹ ਵਾਲੇ ਫੈਕਟਰਸ ਆ ਗਏ। ਫੈਕਟਰ 1 ਵਾਲੇ ਜਿਹੜੇ ਆਪਾਂ ਡਿਸਕਸ ਵੀ ਕੀਤੇ ਸੀਗੇ ਕਿ ਫੈਕਟਰ 1 ਦੇ ਟੋਟਲ ਮਾਰਕਸ 70 ਹੁੰਦੇ ਆ ਮੈਕਸ। ਅਗਰ ਫੈਕਟਰਸ 1 'ਚ ਤੁਹਾਡੇ ਕੋਲ ਸਭ ਕੁਛ ਹੈ, ਜਿਵੇਂ ਆਇਲਸ ਦਾ ਸਕੋਰ ਵੀ ਠੀਕ ਆ ਰਿਹਾ, ਏਜ ਵੀ ਠੀਕ ਹੈ, ਤੇ ਉਸ ਤੋਂ ਬਿਨਾਂ ਤੁਹਾਡਾ ਐਕਸਪੀਰੀਅੰਸ ਜਾਂ ਐਡੂਕੇਸ਼ਨ ਵੀ ਪੂਰੀ ਪ੍ਰੋਪਰ ਹਾਈ ਵਾਲੀ ਹੈ, ਤੁਸੀਂ 70 ਚੋਂ 70 ਲੈ ਸਕਦੇ ਹੋ ਫੁੱਲ ਮਾਰਕਸ। ਮਤਲਬ ਤੁਹਾਡੀ ਕੱਟ ਆਫ ਤਾਂ ਵੈਸੇ ਹੀ ਕਲੀਅਰ ਹੋ ਜਾਣੀ ਤੇ ਤੁਹਾਡੇ ਫੈਕਟਰ 1 ਸਾਰੇ ਪੁਆਇੰਟ ਪ੍ਰੋਪਰ ਸਹੀ ਆ ਗਏ। ਉਸ ਤੋਂ ਬਿਨਾਂ ਵੀ ਕੁਝ ਤੁਹਾਨੂੰ ਡਿਫਰੈਂਟ ਪੁਆਇੰਟਸ ਮਿਲਦੇ, 30 ਪੁਆਇੰਟਸ ਐਕਸਟਰਾ ਪੁਆਇੰਟਸ ਨੇ। ਉਹ ਕਿਵੇਂ ਮਿਲ ਸਕਦੇ ਨੇ 30 ਪੁਆਇੰਟਸ? ਉਹਦੇ ਲਈ ਤੁਸੀਂ ਇਹ ਦੇਖਣਾ ਹੈ, ਇਹ ਵਾਲਾ ਇਹਦੇ 'ਚ ਕੀ ਹੈ, ਜੇ ਤੁਹਾਡਾ ਕੋਈ ਕਲੋਜ਼ ਰਿਲੇਟਿਵ ਹੈ ਜੋ ਸਸਕੈਚੁਅਨ 'ਚ ਰਹਿ ਰਿਹਾ ਹੈ ਤੇ ਉੱਥੇ ਦਾ PR ਹੈ ਜਾਂ ਸਿਟੀਜ਼ਨ ਹੈ। ਇਹ ਜ਼ਰੂਰੀ ਨਹੀਂ ਕਿ ਤੁਹਾਡਾ ਹੀ ਹੋਵੇ, ਜੇ ਤੁਹਾਡੇ ਨਾਲ ਤੁਹਾਡੀ ਵਾਈਫ ਅਪਲਾਈ ਕਰ ਰਹੀ ਹੈ, ਤੁਹਾਡਾ ਹਸਬੈਂਡ ਅਪਲਾਈ ਕਰ ਰਿਹਾ, ਉਸ ਐਪਲੀਕੈਂਟ ਦੇ ਸਪਾਊਸ ਦੇ ਵੀ ਅਗਰ ਉੱਥੇ ਕੋਈ ਰਿਲੇਟਿਵ ਇੱਦਾਂ ਦਾ ਹੈ ਜੋ ਕੈਨੇਡੀਅਨ ਸਿਟੀਜ਼ਨ ਹੈ ਜਾਂ ਪਰਮਾਨੈਂਟ ਰੈਜ਼ੀਡੈਂਟ ਹੈ, ਤਾਂ ਵੀ ਉਸਨੂੰ ਇਸ ਦੇ 20 ਪੁਆਇੰਟਸ ਮਿਲਣਗੇ। ਬਹੁਤ ਜ਼ਿਆਦਾ ਪੁਆਇੰਟਸ ਨੇ, 20 ਪੁਆਇੰਟਸ ਤੁਹਾਡਾ ਸਕੋਰ ਪੂਰਾ ਹਾਈ ਹੋ ਜਾਏਗਾ। ਮਤਲਬ ਜੇ ਕਿਸ ਦਾ ਫੈਮਿਲੀ ਰਿਲੇਟਿਵ ਸਸਕੈਚੁਅਨ 'ਚ ਰਹਿ ਰਿਹਾ ਤਾਂ ਉਹਨੂੰ ਇੱਥੇ ਜ਼ਰੂਰ ਅਪਲਾਈ ਕਰਨਾ ਚਾਹੀਦਾ। ਉਹਨੂੰ ਇੰਨੇ ਪੁਆਇੰਟਸ ਤਾਂ ਵੈਸੇ ਹੀ ਬਾਕੀ ਤੋਂ ਐਕਸਟਰਾ ਮਿਲ ਜਾਣੇ ਹੈ, ਚਾਹੇ ਤੁਹਾਡੇ ਹੋਣ ਇੰਨੇ ਤੇ ਤੁਹਾਡੇ ਸਪਾਊਸ ਦੇ ਹੋਣ। ਤੇ ਕਿਹੜੇ ਰਿਲੇਟਿਵਸ ਵੈਲਿਡ ਹੈ, ਜਿਵੇਂ ਪੇਰੈਂਟ ਹੋ ਸਕਦੇ ਹੈ, ਸਿਬਲਿੰਗਸ ਹੋ ਸਕਦੇ ਹੈ, ਗ੍ਰੈਂਡ ਪੇਰੈਂਟ, ਆਂਟ, ਅੰਕਲ, ਨੀਸ ਹੋ ਸਕਦਾ, ਨੈਫਿਊ ਹੋ ਸਕਦਾ ਹੈ, ਕਜ਼ਨ ਹੋ ਸਕਦਾ, ਸਟੈਪ ਫੈਮਿਲੀ ਮੈਂਬਰਸ ਹੋ ਸਕਦੇ, ਇਨ-ਲॉस ਹੋ ਸਕਦੇ। ਮਤਲਬ ਇਹਨਾਂ 'ਚੋਂ ਕੋਈ ਵੀ ਰਿਲੇਸ਼ਨ ਅਗਰ ਹੈ ਉੱਥੇ ਤੁਹਾਡਾ, ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ। ਤੇ ਇਹਦੇ ਮੈਕਸਿਮਮ ਪੁਆਇੰਟਸ ਇਸ ਕਰਕੇ ਕਿੰਨੇ ਬਣ ਗਏ? 20। ਇਸ 'ਚੋਂ ਮੈਕਸਿਮਮ ਤੁਸੀਂ 20 ਪੁਆਇੰਟ ਲੈ ਸਕਦੇ ਹੋ। ਨੈਕਸਟ, ਜੇ ਇਸ ਤੋਂ ਬਿਨਾਂ ਤੁਸੀਂ ਪੁਆਇੰਟਸ ਗੇਨ ਕਰਨਾ ਚਾਹੁੰਦੇ ਹੋ, ਉਹਦਾ ਕੀ ਮੈਥਡ ਹੈ? ਤੁਸੀਂ ਅਗਰ ਥੋੜਾ ਵਰਕ ਐਕਸਪੀਰੀਅੰਸ ਵੀ ਹੈ ਉੱਥੇ, ਕੋਈ ਮਿਨੀਮਮ ਇਹ ਤੇ 12 ਮੰਥ ਚਾਹੀਦੀ ਹੁੰਦੀ ਹੈ, ਜੇ ਤੁਹਾਡਾ ਮਿਨੀਮਮ 12 ਮੰਥ ਦਾ ਐਕਸਪੀਰੀਅੰਸ ਉੱਥੇ ਹੈਗਾ ਵਾ, ਤੁਹਾਨੂੰ 5 ਪੁਆਇੰਟਸ ਇਹਦੇ ਮਿਲ ਜਾਂਦੇ ਆ। ਤੇ ਤੁਹਾਡਾ ਪਾਸਟ ਕੋਈ ਅਕੈਡਮਿਕ ਈਅਰ ਦਾ ਐਕਸਪੀਰੀਅੰਸ ਹੈ, ਕੁਝ ਵੀ ਇੱਦਾਂ ਦਾ ਫੁੱਲ ਟਾਈਮ ਐਕਸਪੀਰੀਅੰਸ ਹੈ ਅਕੈਡਮਿਕ ਈਅਰ ਦੇ ਵਿੱਚ, ਤਾਂ ਵੀ ਤੁਹਾਨੂੰ 5 ਪੁਆਇੰਟਸ ਮਿਲ ਜਾਂਦੇ। ਇਹਦਾ ਮਤਲਬ ਤੁਹਾਡੇ 5 + 5 10 ਇਹ ਵਾਲੇ ਬਣ ਰਹੇ, 20 + 5 + 10 20 + 5 + 5 ਤੁਹਾਡੇ 30 ਮਾਰਕਸ, 30 ਪੁਆਇੰਟਸ ਪੂਰੇ ਇੱਥੇ ਹੋ ਜਾਂਦੇ। ਠੀਕ ਹੈ, ਸੋ ਪਹਿਲੇ ਵਾਲੇ ਜਿਹੜੇ ਫੈਕਟਰ ਸੀ ਉਹ 70 ਹਾਈਐਸਟ ਮਾਰਕਸ ਬਣ ਰਹੇ ਸੀਗੇ, ਪੁਆਇੰਟਸ ਬਣਦੇ ਸੀ, ਤੇ ਇਹਦੇ ਵਿੱਚ 30 ਬਣ ਸਕਦੇ ਆ। 30 ਕਿਹਦੇ ਬਣ ਸਕਦੇ? ਜਿਹਦੇ ਕੋਲ ਐਕਸਪੀਰੀਅੰਸ ਹੋਊਗਾ ਉੱਥੇ ਦਾ ਕੋਈ, 5 + 5 ਉਹਦੇ ਇੱਥੋਂ ਬਣ ਜਾਣਗੇ। 20 ਕਿਵੇਂ ਬਣ ਸਕਦੇ? ਤੇ ਕੋਈ ਰਿਲੇਟਿਵ ਉੱਥੇ ਰਹਿੰਦਾ ਹੈ। ਠੀਕ ਹੈ, ਤੇ ਇਹ 70 ਦੇ ਵਿੱਚ ਤਾਂ ਚਲੋ ਆਪਾਂ ਦੇਖ ਲਿਆ ਕਿ ਏਜ ਫੈਕਟਰਸ ਨੇ, ਪਰ 30 ਵਿੱਚ ਇੱਕ ਹੋਰ ਕੰਡੀਸ਼ਨ ਹੈ। ਜੇ ਤੁਹਾਡੇ ਕੋਲ ਉੱਥੇ ਦੀ ਜੋਬ ਆਫਰ ਹੈ, ਕੋਈ ਤੁਹਾਨੂੰ ਉੱਥੇ ਦੇ ਕੋਈ ਜੋਬ ਆਫਰ ਦੇ ਰਿਹਾ ਹੈ, ਤਾਂ ਤੁਹਾਨੂੰ 30 ਦੇ 30 ਪੁਆਇੰਟਸ ਫੁੱਲ ਮਿਲ ਜਾਣਗੇ। ਠੀਕ ਹੈ, ਫਿਰ ਤੁਹਾਨੂੰ ਆ ਐਕਸਪੀਰੀਅੰਸ ਜਾਂ ਫਿਰ ਫੈਮਿਲੀ ਰਿਲੇਟਿਵ ਦੀ ਵੀ ਕੰਡੀਸ਼ਨ ਦੇਖਣ ਦੀ ਲੋੜ ਨਹੀਂ, ਤੁਹਾਨੂੰ ਪੂਰੇ 30 ਆਊਟ ਆਫ 30 ਪੁਆਇੰਟਸ ਮਿਲ ਜਾਂਦੇ ਤੇ ਤੁਹਾਨੂੰ ਉੱਥੋਂ ਦੀ ਜੋਬ ਆਫਰ ਮਿਲ ਜੇ। ਸੋ ਸਕੈਚੁਅਨ 'ਚ ਅਪਲਾਈ ਕਰਨ ਦਾ ਇੱਕੋ ਹੀ ਫਾਇਦਾ ਹੈ ਕਿ 100 ਪੁਆਇੰਟ ਬਹੁਤ ਈਜ਼ੀਲੀ, ਬਹੁਤ ਕਲੋਜ਼ਰ ਬਣ ਜਾਂਦੇ ਨੇ। ਤੁਸੀਂ ਕੱਟ ਆਫ ਵੀ ਕਲੀਅਰ ਕਰ ਸਕਦੇ ਹੋ ਔਰ ਹਾਈ ਰੈਂਕ 'ਚ ਵੀ ਆ ਸਕਦੇ ਹੋ ਉਹਦੇ ਵਿੱਚ, ਤੇ ਤੁਹਾਡੀ ਫਾਈਲ ਚੱਕਣ ਦੇ ਚਾਂਸ ਵੱਧ ਜਾਂਦੇ ਤੇ ਤੁਹਾਡੇ ਇਹਨਾਂ 'ਚੋਂ ਕੋਈ ਵੀ ਕੰਡੀਸ਼ਨ ਪ੍ਰੋਪਰਲੀ ਵੈਲਿਡ ਹੋ ਰਹੀ ਹੈ। ਅੱਗੇ ਤੁਹਾਨੂੰ ਕਿੰਨੇ ਫੰਡਸ ਚਾਹੀਦੇ ਇਹਦੇ ਲਈ? ਅਗਰ 1 ਪਰਸਨ ਹੈ ਤਾਂ ਉਹਦੇ ਲਈ $12,669 ਚਾਹੀਦੇ। ਅਗਰ 2 ਪੀਪਲ ਹੈ ਤੁਹਾਨੂੰ 15,772 ਚਾਹੀਦੇ ਆ। ਇੱਦਾਂ 3 ਪੀਪਲ ਹੈ, ਇੱਦਾਂ ਹੀ 19,390। ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਿਓ ਵੀਡੀਓ ਦੇਖਦੇ ਟਾਈਮ, ਤੁਹਾਨੂੰ ਇਹਦੇ ਅਕੋਰਡਿੰਗ ਫੰਡਸ ਦੀ ਰਿਕੁਆਇਰਮੈਂਟ ਹੋ ਸਕਦੀ ਹੈ। ਔਰ ਫੰਡਸ ਦੇ ਕਾਫੀ ਸਾਰੇ ਮੈਥਡਸ ਨੇ, ਕਿੱਥੇ ਰੱਖ ਸਕਦੇ ਹੋ, ਤੁਹਾਨੂੰ ਮੈਂ ਅੱਗੇ ਫਰਦਰ ਵੀਡੀਓਜ਼ ਦਿਖਾਉਂਗੀ ਵੀ ਤੁਸੀਂ ਕਿੱਦਾਂ ਦੇ ਫੰਡਸ ਦਿਖਾ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਫੰਡਸ ਇੱਕੋ FD ਦੇ ਫਾਰਮ 'ਚ ਦਿਖਾ ਸਕਦੇ ਹੋ, ਬਹੁਤ ਸਾਰੇ ਮੈਥਡਸ ਨੇ, ਉਹ ਸਾਰੀ ਸਾਈਟ 'ਤੇ ਤੁਹਾਨੂੰ ਮੈਂ ਦਿਖਾਉਂਗੀ। ਤੁਹਾਨੂੰ ਕਿਸੇ ਏਜੰਟ ਦੀ ਲੋੜ ਨਹੀਂ ਹੈ, ਤੁਸੀਂ ਖੁਦ ਆਪਣੀ ਕੁਆਲੀਫਿਕੇਸ਼ਨ ਚੈੱਕ ਕਰਕੇ ਖੁਦ ਅਪਲਾਈ ਕਰ ਸਕਦੇ ਹੋ। ਇੰਨੇ ਜੇ ਕੰਮ ਲਈ, ਇੰਨੀ ਜਿਹੀ ਚੀਜ਼ ਲਈ ਏਜੰਟਸ 1 to 2 ਲੱਖ ਦੇ ਵੀ ਤੁਹਾਨੂੰ ਚਾਰਜ ਕਰਦੇ ਹੈ। ਤੁਸੀਂ ਖੁਦ ਅਗਰ ਆਪਣੀ, ਤੁਹਾਨੂੰ ਸਭ ਕੁਝ ਪਤਾ ਹੈ ਕਿ ਤੁਹਾਡੀ ਐਜੂਕੇਸ਼ਨ ਕੀ ਹੈ, ਆਇਲਸ ਕਿੰਨਾ ਆਇਆ ਹੋਇਆ ਹੈ, ਫੰਡਸ ਤੁਸੀਂ ਕਿੰਨੇ ਇਕੱਠੇ ਕਰ ਸਕਦੇ ਹੋ, ਤੁਸੀਂ ਤੁਹਾਡਾ ਏਜ ਕਿੰਨਾ ਤੁਹਾਨੂੰ ਸਭ ਪਤਾ ਹੈ, ਤਾਂ ਤੁਸੀਂ ਆਪਣੇ ਆਪ ਵੀ ਆਪਣੀ ਫਾਈਲ ਲਈ ਅਪਲਾਈ ਕਰ ਸਕਦੇ ਹੋ। ਬਹੁਤ ਈਜ਼ੀ ਹੈ, EOI ਅਪਲਾਈ ਕਰਨਾ ਬਹੁਤ ਈਜ਼ੀ ਹੈ। ਉਹ ਤੋਂ ਅਪਲਾਈ ਕਰਨ ਤੋਂ ਬਾਅਦ ਤੁਸੀਂ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਵੀ ਬਹੁਤ ਈਜ਼ੀਲੀ ਬਣਾ ਸਕਦੇ ਹੋ ਆਪਣੀ। ਠੀਕ ਹੈ, ਬਸ ਤੁਸੀਂ ਇੱਕ ਵਾਰ ਪ੍ਰੋਪਰਲੀ ਸਮਝ ਲਓ। ਸਾਈਟ ਤੁਹਾਨੂੰ ਮੈਂ ਦੱਸਾਂਗੀ ਸਾਈਟ ਤੁਸੀਂ ਕਿੱਥੇ ਦੇਖ ਸਕਦੇ ਹੋ, ਪ੍ਰੋਪਰ ਓਫੀਸ਼ੀਅਲ ਸਾਈਟ 'ਤੇ ਸਭ ਕੁਝ ਮੈਂਸ਼ਨ ਹੁੰਦਾ ਇਹਨਾਂ ਦੀ। ਨੈਕਸਟ,
ਤੁਸੀਂ ਜਦੋਂ EOI ਆਪਣੀ ਮੇਨ ਇਹਦਾ ਪ੍ਰੋਸੈਸ ਹੈ ਕਿ EOI ਬਣਾਉਣਾ। ਇਹਦੇ ਵਿੱਚ ਆਪਾਂ EOI ਪਹਿਲਾਂ ਆਪਾਂ ਬਣਾਉਂਦੇ ਹਾਂ। EOI ਦਾ ਮਤਲਬ ਕੀ ਹੈ? ਐਕਸਪ੍ਰੈਸ਼ਨ ਆਫ ਇੰਟਰਸਟ। ਤੁਸੀਂ ਇੰਟਰਸਟ ਸ਼ੋ ਕਰਨਾ ਹੈ ਕਿ ਤੁਸੀਂ ਉੱਥੇ ਆਉਣਾ ਚਾਹੁੰਦੇ ਹੋ। ਉਹਦੇ ਲਈ ਤੁਹਾਨੂੰ ਐਪਲੀਕੇਸ਼ਨ ਅਪਲਾਈ ਕਰਨੀ ਪੈਂਦੀ ਹੈ ਆਨਲਾਈਨ, ਤੇ ਨਾਲ ਨਾਲ ਤੁਹਾਨੂੰ ਆਪਣੀ ਪੂਲ 'ਚ ਐਕਸਪ੍ਰੈਸ ਐਂਟਰੀ ਦੇ ਪੂਲ 'ਚ ਵੀ ਆਪਣੀ ਫਾਈਲ ਲਗਾਉਣੀ ਪੈਂਦੀ ਹੈ। ਤੁਹਾਡੇ ਕੋਲ ਆਪਣਾ ਇੱਕ ਐਕਸਪ੍ਰੈਸ ਐਂਟਰੀ ਨੰਬਰ ਹੋਣਾ ਚਾਹੀਦਾ, ਪਲੱਸ ਜੌਬ ਸੀਕਰ ਕੋਡ ਹੋਣਾ ਚਾਹੀਦਾ, ਤੇ ਦੋਨੋਂ ਤੁਹਾਡੇ ਕੋਲ ਹੋਣਗੇ। ਪਲੱਸ ਤੁਸੀਂ EOI 'ਚ ਆਪਣੀ ਫਾਈਲ ਲਗਾ ਦੋਗੇ ਐਕਸਪ੍ਰੈਸ਼ਨ ਆਫ ਇੰਟਰਸਟ। ਜੇ ਤੁਹਾਡੀ ਕੱਟ ਆਫ ਇਨ ਡਿਮਾਂਡ ਆਕੂਪੇਸ਼ਨ ਹੋਏਗੀ, ਪਲੱਸ ਤੁਹਾਡੀ ਕੱਟ ਆਫ ਵੀ ਜਾਰੀ ਹੋਊਗੀ ਹਾਈ, ਤਾਂ ਤੁਹਾਡੀ ਬਹੁਤ ਚਾਂਸਿਸ ਹੈ ਕਿ ਤੁਹਾਡੀ ITA ਆ ਜਾਏ। ਤੁਸੀਂ ITA ਪਰ ਤੁਹਾਨੂੰ EOI ਆ ਜਾਏਗਾ, EOI ਦਾ ਰਿਜ਼ਲਟ ਆ ਜਾਏਗਾ, ਤੇ ਤੁਸੀਂ ਉਸ ਤੋਂ ਬਾਅਦ ਆਪਣੀ ITA ਵੀ ਤੁਹਾਨੂੰ ਆ ਜਾਏਗੀ। ITA ਅਪਲਾਈ ਕਰਨ ਤੋਂ ਬਾਅਦ ਤੁਸੀਂ ਆਪਣੀ ਫਾਈਲ ਦੇ ਵਿੱਚ ਸਾਰੇ ਡਾਕੂਮੈਂਟਸ ਲਗਾਉਣੇ। ਡਾਕੂਮੈਂਟਸ ਵੀ ਸਾਰੇ ਪ੍ਰੋਪਰਲੀ ਮੈਂਸ਼ਨ ਹੈ ਸਾਈਡ ਦੇ ਉੱਤੇ। ਤੁਹਾਨੂੰ ਉਹ ਪੇਜ ਮੈਂ ਦਿਖਾਉਂਗੀ, ਤੇ ਆਪਣੀ ਮੈਂ ਇਹਦੀ ਡਿਸਕ੍ਰਿਪਸ਼ਨ 'ਚ ਵੀ ਸ਼ੇਅਰ ਕਰੂੰਗੀ ਕਿ ਤੁਸੀਂ ਕਿੱਥੋਂ ਉਹਨੂੰ ਲਿੰਕ ਨੂੰ ਖੋਲ ਸਕਦੇ ਹੋ, ਤੇ ਅੰਦਰ ਜਾ ਕੇ ਆਪਣਾ ਪ੍ਰੋਪਰ ਹਰ ਇੱਕ ਚੀਜ਼ ਤੁਸੀਂ ਉੱਥੇ ਦੇਖ ਸਕਦੇ ਹੋ। ਤੁਸੀਂ ਮੇਨ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਇੱਥੋਂ ਕਿ EOI ਜਿਹੜਾ ਹੈਗਾ ਵੈ, ਉਹ ਤੋਂ ਬਾਅਦ ਤੁਹਾਨੂੰ ਕੀ ਚਾਹੀਦਾ ਹੋਊਗਾ ਜਦੋਂ EOI ਫਿਲ ਕਰਨੀ ਹੈ। EOI ਬਣਾਉਣ ਟਾਈਮ ਪਾਸਪੋਰਟ ਨੰਬਰ, ਡੇਟ ਆਫ ਬਰਥ ਚਾਹੀਦੀ ਹੋਊਗੀ। ਤੁਸੀਂ ਇਮੀਗ੍ਰੇਸ਼ਨ ਰਿਪਰੈਜ਼ੈਂਟੇਟਿਵ ਲੈਣਾ ਹੈ ਕਿ ਆਪਣੇ ਆਪ ਹੀ ਫਾਈਲ ਲਗਾਉਣੀ ਹੈ। ਸਕਿਲਡ ਵਰਕਰ ਹੂ ਵਾਂਟਸ ਟੂ ਲਿਵ ਐਂਡ ਵਰਕ ਇਨ, ਜਦੋਂ ਸਕਿਲਡ ਵਰਕਰ ਹੋ ਕਿ ਨਹੀਂ, ਤੁਸੀਂ ਜੋਬ ਆਫਰ ਤੁਹਾਡੇ ਕੋਲ ਹੈ ਕਿ ਨਹੀਂ, ਤੁਹਾਨੂੰ IRCC ਐਕਸਪ੍ਰੈਸ ਐਂਟਰੀ ਪੂਲ ਤੁਸੀਂ ਅਪਲਾਈ ਕੀਤਾ ਹੋਇਆ, ਐਕਸੈਪਟਡ ਹੋ ਚੁੱਕੀ ਤੁਹਾਡੀ ਫਾਈਲ ਉੱਤੇ ਕਿ ਨਹੀਂ, ਫਾਈਲ ਅਪਲਾਈ ਕਰਨੀ ਜ਼ਰੂਰੀ ਹੁੰਦੀ। ਬਹੁਤ ਈਜ਼ੀ ਪ੍ਰੋਸੈਸ ਹੈ ਉਹ ਵੀ। ਮੈਂ ਆਪਣੀ ਫਰਦਰ ਵੀਡੀਓਜ਼ ਉਹਦੇ ਬਾਰੇ ਵੀ ਡਿਸਕਸ ਕਰਾਂਗੀ ਕਿਵੇਂ ਤੁਸੀਂ ਆਪਣੀ ਐਕਸਪ੍ਰੈਸ ਐਂਟਰੀ ਦੀ ਫਾਈਲ ਵੀ ਖੁਦ ਲਗਾ ਸਕਦੇ ਹੋ। ਦੈਨ ਆਕੂਪੇਸ਼ਨ ਇਨ ਡਿਮਾਂਡ ਚੈੱਕ ਕਰਨੀ ਹੈ ਤੁਸੀਂ ਕਿ ਤੁਹਾਡੀ ਆਕੂਪੇਸ਼ਨ ਇਨ ਡਿਮਾਂਡ ਹੈ ਕਿ ਨਹੀਂ, ਤਾਂ ਹੀ ਡਰੋਸ ਆਉਣ ਦੇ ਚਾਂਸਿਸ ਵੱਧ ਜਾਂਦੇ ਨੇ। ਉਹਦੀ ਵੀ ਇੱਕ ਲਿਸਟ ਪ੍ਰੋਪਰ ਇਹਨਾਂ ਨੇ ਪਾਈ ਹੋਈ ਹੈ ਆਪਣੀ ਸਾਈਟ 'ਤੇ, ਤੁਸੀਂ ਦੇਖਦੇ ਆ। ਫਿਰ ECA ਕਰਵਾ ਕੇ, ਤੁਹਾਡੀ ECA ਵੀ ਹੋਣੀ ਚਾਹੀਦੀ ਹੈ, ਠੀਕ ਹੈ। ECA ਆਪਾਂ ਵੈਸਟ ਤੋਂ ਕਰਾ ਸਕਦੇ ਹਾਂ। ਜਿਹਨੇ ਪਹਿਲੀ ਮੇਰੀ ਵੀਡੀਓ ਨਹੀਂ ਦੇਖੀ ਉੱਥੋਂ ਦੇਖ ਸਕਦਾ ਕਿ ECA ਲਈ ਵੈਸਟ ਤੋਂ ਕਿਵੇਂ ਅਪਲਾਈ ਕਰਦੇ ਆ। ਤੇ ਡਾਕੂਮੈਂਟੇਸ਼ਨ ਫਰੋਮ ਰੈਗੂਲੇਟਰੀ ਬੋਡੀ, ਠੀਕ ਹੈ। ਹੋਰ ਕੋਈ ਡਾਕੂਮੈਂਟੇਸ਼ਨ ਜਿਹੜੀ ਤੁਹਾਨੂੰ ਚਾਹੀਦੀ ਹੈਗੀ ਹੈ ਉਹ ਵੀ ਹੋਣੀ ਚਾਹੀਦੀ। ਤੇ ਪੁਆਇੰਟ ਤੁਸੀਂ ਆਪਣਾ ਕੈਲਕੂਲੇਟ ਕਰਨਾ ਕਿ 60 ਤੋਂ ਉੱਪਰ ਕੱਟ ਆਫ ਜਾ ਰਹੀ ਹੈ ਤੁਹਾਡੀ ਕਿ ਨਹੀਂ। ਨੈਕਸਟ, ਹੁਣ ਇਹ ਉਹ ਪ੍ਰੋਪਰ ਸਾਈਟ ਹੈ। ਇਸ ਦਾ ਲਿੰਕ ਮੈਂ ਆਪਣੀ ਡਿਸਕ੍ਰਿਪਸ਼ਨ ਸ਼ੇਅਰ ਕਰ ਦੂੰਗੀ, ਜਿੱਥੇ ਤੁਸੀਂ ਸਕੈਚਪੈਨ ਲਈ ਅਪਲਾਈ ਕਰ ਸਕਦੇ ਹੋ ਤੇ ਪ੍ਰੋਪਰ ਐਲੀਜੀਬਿਲਿਟੀ ਚੈੱਕ ਕਰ ਸਕਦੇ ਹੋ। ऑफिशियल साइट है तो सारा कुछ जैनुअन ही मिलेगा, सब कुछ सही थोनों इन्फॉर्मेशन मिलेगी। सारा कुछ यही है। इंटरनेशनल स्किल्ड वर्कर ਲਈ ਤੁਸੀਂ ਆਪਣੀ ਐਕਸਪ੍ਰੈਸ ਐਂਟਰੀ ਵਾਲੀ ਫਾਈਲ ਕਿਵੇਂ ਲਗਾ ਸਕਦੇ ਹੋ, ਠੀਕ ਹੈ। ਫਸਟਲੀ ਇਸ ਕੈਟੇਗਰੀ ਲਈ ਅਪਲਾਈ ਕਰਨ ਲਈ ਤੁਸੀਂ ਤਾਂ ਹੀ ਅਪਲਾਈ ਕਰ ਸਕਦੇ ਹੋ ਤੁਸੀਂ ਜਾਣਾ, ਤੁਸੀਂ ਅਗਰ ਜਾ ਕੇ ਸਸਕੈਚਵਨ 'ਚ ਰਹਿਣਾ ਤੇ ਕੰਮ ਕਰਨਾ ਚਾਹੁੰਦੇ ਹੋ, ਲਿਵ ਔਰ ਐਂਡ ਵਰਕ ਇਨ ਸਸਕੈਚਵਨ, ਤੇ ਦੂਸਰੀ ਗੱਲ ਤੁਹਾਡੀ IRCC ਦੇ ਵਿੱਚ ਐਕਸਪ੍ਰੈਸ ਐਂਟਰੀ ਪੂਲ 'ਚ ਫਾਈਲ ਲੱਗੀ ਹੋਣੀ ਚਾਹੀਦੀ ਹੈ। ਉਹ ਬਹੁਤ ਈਜ਼ੀ ਮੈਥਡ ਹੈ। CIC.gc.ca ਦੀ ਸਾਈਟ ਤੇ ਜਾ ਕੇ ਆਪਣੀ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਕ੍ਰੀਏਟ ਕਰਨੀ ਹੈ। ਸਭ ਕੁਝ ਫਿਲ ਕਰਨਾ ਬਹੁਤ ਈਜ਼ੀ। ਉੱਥੇ ਵੀ ਤੁਸੀਂ ਆਪਣਾ ਕੰਟੈਕਟ ਫਿਲ ਕਰਨਾ ਹੈ, ਆਪਣੀ ਸਾਰੀ ਐਡੂਕੇਸ਼ਨਸ ਫਿਲ ਕਰਨੀ ਹੈ। ਸਿਰਫ ਜੋ ਚੀਜ਼ਾਂ ਤੁਸੀਂ ਕੀਤੀਆਂ ਹੋਈਆਂ ਤੁਸੀਂ ਆਪਣੇ ਆਪ ਉਹ ਫਿਲ ਕਰਨੀਆਂ ਨੇ। ਤੁਸੀਂ ਉਸ ਤੋਂ ਬਾਅਦ ਕਿ ਐਲੀਜੀਬਿਲਿਟੀ ਲਈ ਤੁਹਾਨੂੰ ਕੀ ਹੈਗਾ ਵੈ, ਇੱਕ ਤਾਂ ਐਕਸਪ੍ਰੈਸ ਐਂਟਰੀ 'ਚ ਆਪਣੀ ਪੂਲ 'ਚ ਫਾਈਲ ਲੱਗੀ ਹੋਵੇ, ਠੀਕ ਹੈ। ਇੱਕ ਨॉन ਰਿਫੰਡੇਬਲ ਇੱਕ ਫੀਸ ਹੁੰਦੀ ਹੈ $350 ਇਹਨਾਂ ਨੇ ਹੁਣ ਰੱਖੀ ਹੋਈ ਹੈ ਫੀਸ, ਉਹ ਫਿਰ ਤੁਸੀਂ ਅਪਲਾਈ ਕਰਨੀ ਹੁੰਦੀ ਹੈ ਫੀਸ ਉਹਦੇ ਲਈ, ਠੀਕ ਹੈ। ਇਟ ਇਜ਼ ਅ ਲਾਸਟ ਸਟੈਪ ਰਿਕੁਆਇਰਡ ਇਨ ਆਰਡਰ ਟੂ ਸਬਮਿਟ ਯੂਰ ਐਪਲੀਕੇਸ਼ਨ। ਲਾਸਟ ਸਟੈਪ ਤੁਸੀਂ ਆਪਣੀ 350 ਉੱਥੇ ਫੀਸ ਅਪਲਾਈ ਕਰਨੀ ਹੁੰਦੀ ਹੈ। ਤੇ ਉਸ ਤੋਂ ਬਾਅਦ ਮੇਨ ਤੁਹਾਨੂੰ ਮੇਜਰ ਥਿੰਗਸ ਕੀ ਹੈ, ਇੱਕ ਤਾਂ ਵੈਲਿਡ ਪ੍ਰੋਫਾਈਲ ਹੋਣੀ ਚਾਹੀਦੀ। ਜੇ ਪ੍ਰੋਫਾਈਲ ਕ੍ਰੀਏਟ ਕਰੋਗੇ ਉਸ ਤੋਂ ਤੁਹਾਨੂੰ ਪ੍ਰੋਫਾਈਲ ਨੰਬਰ ਮਿਲ ਜਾਏਗਾ ਤੇ ਜੌਬ ਸੀਕਰ ਕੋਡ ਵੀ ਮਿਲ ਜਾਏਗਾ, ਠੀਕ ਹੈ। ਇਹ ਦੋ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਉਦੋਂ ਪ੍ਰੋਫਾਈਲ ਬਣਾਉਣ ਤੋਂ ਬਾਅਦ। ਥੋੜਾ ਸਕੋਰ ਕਿੰਨਾ ਹੋਣਾ ਚਾਹੀਦਾ, 60 ਹੋਣਾ ਚਾਹੀਦਾ। 100 ਚ ਤੁਹਾਨੂੰ ਮੈਂ ਦੱਸ ਚੁੱਕੀ ਹਾਂ। ਤੁਸੀਂ ਆਪਣੇ SI ਇੱਥੋਂ ਵੀ ਆਪਣੇ ਪੁਆਇੰਟ ਕੈਲਕੂਲੇਟ ਕਰ ਸਕਦੇ ਹੋ। SINP ਪੁਆਇੰਟਸ ਅਸੈਸਮੈਂਟ ਗ੍ਰਿਡ ਤੋਂ ਵੀ ਕਾਊਂਟ ਕਰ ਸਕਦੇ ਹੋ, ਜਾਂ ਮੇਰੀ ਤੁਸੀਂ ਪ੍ਰੋਪਰ ਵੀਡੀਓ ਦੇਖ ਕੇ ਵੀ ਤੁਸੀਂ ਆਪਣੇ ਪੁਆਇੰਟਸ ਕਾਊਂਟ ਕਰ ਸਕਦੇ ਹੋ, ਜਾਂ ਇੱਥੋਂ ਤੁਸੀਂ ਆਹ ਸਿਲੈਕਟ ਕਰਨਾ ਵਾ SINP ਪੁਆਇੰਟ ਗ੍ਰਿਡ। ਤੁਸੀਂ ਇੱਥੋਂ ਆਪਣੇ ਪੁਆਇੰਟਸ ਚੈੱਕ ਕਰ ਲਓਗੇ। ਆ ਸਾਰਾ ਕੁਝ ਲਿਖਿਆ ਹੋਇਆ, ਤੁਸੀਂ ਪ੍ਰੋਪਰਲੀ ਆਪਣੇ ਪੁਆਇੰਟਸ ਦੇਖ ਸਕਦੇ ਹੋ। ਨੈਕਸਟ ਤੁਸੀਂ IELTS ਦਾ ਸਕੋਰ ਚੈੱਕ ਕਰਨਾ ਆਪਣਾ, ਥੋੜਾ CLB 5 to 9 ਦੇ ਵਿੱਚ ਹੋਣਾ ਚਾਹੀਦਾ, ਤੇ ਉਹਦੇ ਅਕੋਰਡਿੰਗ ਤੁਸੀਂ ਚੈੱਕ ਕਰ ਲੈਣਾ, ਠੀਕ ਹੈ। ਦੈਨ ਨੈਕਸਟ IRCC's ਲਿਸਟ ਆਫ ਅਪਰੂਵ। ਇਸ ਤੋਂ ਬਾਅਦ ਤੁਸੀਂ ਕੈਨੇਡੀਅਨ ਅਗਰ ਕੋਈ ਡਿਗਰੀ ਲਿੱਤੀ ਹੈ ਜਾਂ ਤੁਸੀਂ ਬਾਹਰੋਂ ਕੋਈ ਡਿਗਰੀ ਲਿੱਤੀ ਹੈ ਉਹਦੀ ECA ਕਰਵਾਉਣੀ ਹੈ। ਮੇਨਲੀ ਤੁਸੀਂ ਇਹ ਵੀ ਚੈੱਕ ਕਰਨਾ ਕਿ ਜਿਹੜੀ ਆਕੂਪੇਸ਼ਨਸ ਇਨ ਡਿਮਾਂਡ ਤੇ ਐਕਸਪ੍ਰੈਸ ਐਂਟਰੀ ਆਕੂਪੇਸ਼ਨ ਰਿਕੁਆਇਰਮੈਂਟਸ ਕੀ ਨੇ ਆਪਣਾ, ਤੇ ਆਹ ਦੇਖ ਲਿਓ ਕਿ ਤੁਹਾਡੀ ਜਿਹੜੀ ਆਕੂਪੇਸ਼ਨ ਦਾ NOC ਕੋਡ ਹੈ ਉਹ ਐਕਸਕਲੂਡਡ ਆਕੂਪੇਸ਼ਨ ਲਿਸਟ ਨਾ ਹੋਵੇ। ਇਹਨੂੰ ਤੁਸੀਂ ਡਾਊਨਲੋਡ ਕਰਕੇ ਚੈੱਕ ਕਰ ਲੈਣੀ ਹੈ ਇਸ ਲਿਸਟ ਨੂੰ ਪੂਰੀ ਨੂੰ,
ਇੱਥੋਂ ਤੁਸੀਂ ਖੋਲ ਕੇ PDF 'ਚ ਚੈੱਕ ਕਰ ਲੈਣਾ। ਸਾਰੇ ਇੱਥੇ NOC ਕੋਡ ਲਿਖੇ ਹੋਏ ਨੇ। ਤੁਹਾਡਾ ਬਸ ਇਹ 'ਚ ਨਾ ਹੋਵੇ, ਜੇ ਤੁਹਾਡਾ ਇਸ 'ਚ ਹੈਗਾ ਫਿਰ ਤੁਸੀਂ ਇਹਦੇ ਲਈ ਅਪਲਾਈ ਨਹੀਂ ਕਰ ਸਕਦੇ, ਅਦਰਵਾਈਜ਼ ਬਾਕੀ ਕੈਟੇਗਰੀਜ਼ ਇਸ 'ਚ ਅਪਲਾਈ ਕਰ ਸਕਦੇ ਆ। ਨੈਕਸਟ ਤੁਸੀਂ ਵਰਕ ਐਕਸਪੀਰੀਅੰਸ ਥੋੜ੍ਹਾ ਚਾਹੀਦਾ ਵਾ, ਠੀਕ ਹੈ। ਮਿਨੀਮਮ ਤੁਹਾਨੂੰ 12 ਮੰਥਸ ਤੱਕ ਚਾਹੀਦਾ ਹੈ। ਅਗਰ ਇੱਥੇ ਅਪਲਾਈ ਕਰਨਾ 12 ਮੰਥ ਐਕਸਪੀਰੀਅੰਸ ਚਾਹੀਦਾ ਹੀ ਚਾਹੀਦਾ, ਕਿਉਂਕਿ ਹੈਗਾ ਹੀ ਸਕਿਲਡ ਵਰਕਰ ਹੈ। ਤੁਸੀਂ 1 ਸਾਲ ਕਿਤੇ ਕੰਮ ਕੀਤਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਤੁਸੀਂ ਆਪਣਾ NOC ਲਗਾ ਸਕਦੇ ਹੋ। ਮਿਨੀਮਮ 1 ਈਅਰ ਤੁਹਾਡੇ ਕੋਲ ਉੱਥੇ ਜੋਬ ਐਕਸਪੀਰੀਅੰਸ ਹੋਣਾ ਚਾਹੀਦਾ। ਬਾਕੀ ਸੈਟਲਮੈਂਟ ਫੰਡ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ, ਠੀਕ ਹੈ। ਆਕੂਪੇਸ਼ਨ ਇਨ ਡਿਮਾਂਡ ਇੱਥੋਂ ਰਿਕੁਆਇਰਮੈਂਟ ਸਾਰੀ ਪੂਰੀ ਚੈੱਕ ਕਰ ਸਕਦੇ ਹੋ। ਨੈਕਸਟ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ, ਤੁਹਾਨੂੰ ਮੈਂ EOI ਫਿਲ ਕਰਨ ਨੂੰ ਕਹਿ ਰਹੀ, ਤੁਸੀਂ ਇੱਥੋਂ ਸਬਮਿਟ ਕਰਨਾ, ਇਹਨੂੰ ਕਲਿੱਕ ਕਰੋਗੇ, ਠੀਕ ਹੈ। ਇਸ ਤੋਂ ਬਾਅਦ ਤੁਸੀਂ ਇੱਥੇ ਕ੍ਰੀਏਟ ਐਨ ਐਕਸਪ੍ਰੈਸ਼ਨ ਆਫ ਇੰਟਰਸਟ ਪ੍ਰੋਫਾਈਲ ਤੇ ਜਾਓਗੇ, ਕਲਿੱਕ ਕਰੋਗੇ। ਤੁਸੀਂ ਇੱਥੇ ਆਪਣਾ ਅਕਾਊਂਟ ਕ੍ਰੀਏਟ ਕਰਨਾ ਹੈ। ਕ੍ਰੀਏਟ ਤੇ ਕਲਿੱਕ ਕਰਕੇ ਆਪਣਾ ਸਾਰਾ ਕੁਝ ਫਿਲ ਕਰਨਾ ਹੈ। ਆਪਣਾ ਫਿਲ ਕਰੀ ਜਾਈਓ ਰਜਿਸਟ੍ਰੇਸ਼ਨ, ਠੀਕ ਹੈ। ਤੁਸੀਂ ਆਹ ਵਾਲੇ ਕੈਂਡੀਡੇਟ ਹੋ, SINP ਐਪਲੀਕੈਂਟ ਔਰ EOI ਕੈਂਡੀਡੇਟ, ਤੁਸੀਂ ਇਹਨੂੰ ਕਲਿੱਕ ਕਰਕੇ ਅੱਗੇ ਆਪਣੀ ਫਾਈਲ ਕ੍ਰੀਏਟ ਕਰ ਸਕਦੇ ਹੋ, ਠੀਕ ਹੈ। ਤੁਹਾਨੂੰ ਇਹਦੇ ਬਾਰੇ ਤੁਹਾਨੂੰ ਮੈਨੂੰ ਪ੍ਰੋਪਰ ਦੱਸਣ ਦੀ ਲੋੜ ਨਹੀਂ, ਤੁਸੀਂ ਸਿੰਪਲ ਆਪਣਾ ਸਾਰਾ ਕੁਝ ਭਰਨਾ ਹੈ, ਆਪਣਾ ਪਾਸਪੋਰਟ ਕੋਲ ਰੱਖ ਕੇ। ਬਹੁਤ ਈਜ਼ੀ ਹੈ ਇਹਨੂੰ ਫਿਲ ਕਰਨਾ, ਜੋ ਤੁਹਾਡੇ ਕੋਲ ਹੈ ਤੁਸੀਂ ਉਹ ਫਿਲ ਕਰ ਸਕਦੇ ਹੋ, ਠੀਕ ਹੈ। ਮੇਨਲੀ ਤੁਸੀਂ ਫਿਲ ਕਰ ਸਕਦੇ ਹੋ, ਔਰ ਇੱਕ ਗਾਈਡ ਵੀ ਹੈ ਇਹਦੀ, ਤੁਹਾਨੂੰ ਮੈਂ ਉਹ ਵੀ ਦਿਖਾ ਦਿੰਦੀ ਤੁਸੀਂ ਕਿੱਦਾਂ ਫਿਲ ਕਰਨ ਤੋਂ ਪਹਿਲਾਂ ਕੀ ਚੈੱਕ ਕਰਨਾ ਤੇ ਕੀ ਧਿਆਨ ਰੱਖਣਾ ਹੈ। ਉਹ ਫਾਈਲ ਵੀ ਤੁਹਾਨੂੰ ਇੱਥੇ ਹੀ ਮਿਲ ਜਾਏਗੀ। ਹਾਊ ਡੂ ਆਈ ਕ੍ਰੀਏਟ ਐਨ EOI ਪ੍ਰੋਫਾਈਲ, ਇੱਥੇ ਕਲਿੱਕ ਕਰੋਗੇ, ਤੁਹਾਡੀ ਇੱਕ ਗਾਈਡ ਡਾਊਨਲੋਡ ਹੋ ਜਾਏਗੀ। ਤੁਸੀਂ ਗਾਈਡ ਓਪਨ ਕਰਕੇ ਪ੍ਰੋਪਰ ਨੂੰ ਸਟੱਡੀ ਕਰ ਸਕਦੇ ਹੋ ਵੀ ਕੀ ਅਪਲਾਈ ਕਰਨ ਲੱਗੇ ਧਿਆਨ ਰੱਖਣਾ ਹੈ। ਵਿੱਚ ਹਰ ਤਰ੍ਹਾਂ ਦੇ ਲਿੰਕਸ ਨੇ, ਸਭ ਕੁਝ ਲਿਖਿਆ ਹੋਇਆ ਪ੍ਰੋਪਰ, ਇੱਕ ਵਾਰ ਉਹਨੂੰ ਰੀਡ ਕਰ ਲਿਓ। ਤੁਸੀਂ ਕੀ ਖੋਲਣਾ, ਮੇਨਲੀ ਤੁਸੀਂ ਖੋਲਣਾ ਹਾਊ ਡੂ ਆਈ ਕ੍ਰੀਏਟ ਐਨ EOI ਪ੍ਰੋਫਾਈਲ। ਆਫਟਰ ਕ੍ਰੀਏਟਿੰਗ ਪ੍ਰੋਫਾਈਲ, ਜਦੋਂ ਪ੍ਰੋਫਾਈਲ ਬਣਾ ਲਓਗੇ ਤੁਹਾਡੇ ਤੋਂ ਆਹ ਚੀਜ਼ਾਂ ਮੰਗੇਗਾ, ਪਾਸਪੋਰਟ, ਡੇਟ ਆਫ ਬਰਥ, ਠੀਕ ਹੈ। ਸਾਰਾ ਕੁਝ ਜੋਬ ਆਫਰ ਹੈ ਕਿ ਨਹੀਂ, IRCC ਤੁਸੀਂ ਫਾਈਲ ਲਗਾਈ ਹੋਈ ਹੈ ਕਿ ਨਹੀਂ। ਫਿਰ ਦੱਸਿਆ ਹੋਇਆ ਕਿ EOI ਸਿਸਟਮ ਕਿਵੇਂ ਵਰਕ ਕਰਦਾ, ਤੁਸੀਂ ਪ੍ਰੋਪਰਲੀ ਇਹਨੂੰ ਵੀ ਇੱਕ ਰੀਡ ਦੇ ਲੈਣਾ, ਤੁਹਾਨੂੰ ਕਲੀਅਰ ਹੋ ਜਾਏਗਾ ਸਭ ਕੁਝ। ਇਹਦੇ ਤੋਂ ਬਾਅਦ ਕੋਈ ਇਮੀਗ੍ਰੇਸ਼ਨ ਰਿਲੇਟਡ ਕੋਈ ਕੁਐਸਚਨਸ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ, ਕੋਈ ਕੁਐਸਚਨਸ ਅਗਰ ਤੁਹਾਡੇ ਕੋਲ ਹੈ ਤਾਂ। ਇਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਆਕੂਪੇਸ਼ਨ ਇਨ ਡਿਮਾਂਡ ਚੈੱਕ ਕਰ ਸਕਦੇ ਹੈ ਕਿ ਨਹੀਂ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ SINP ਡਿਟੇਲ ਆਕੂਪੇਸ਼ਨ ਆਊਟਲੁੱਕ ਵੀ ਕਿਹੜੀ ਆਕੂਪੇਸ਼ਨ ਇਨ ਡਿਮਾਂਡ ਉੱਥੇ ਹੈਗੀ ਹੈ, ਉਹਦੇ ਲਈ ਤੁਸੀਂ ਆਹ ਡਾਊਨਲੋਡ ਕਰ ਸਕਦੇ ਹੋ, ਠੀਕ ਹੈ। ਇਨਵੀਟੇਸ਼ਨ ਤੁਹਾਨੂੰ ਆਏਗਾ। ਆਫਟਰ ਇਨਵੀਟੇਸ਼ਨ, ਜਦੋਂ ਤੁਸੀਂ ਇਨਵੀਟੇਸ਼ਨ ਆਫਟਰ ਯੂ ਰਿਸੀਵ ਯੂਰ ਇਨਵੀਟੇਸ਼ਨ ਟੂ ਅਪਲਾਈ, ਉਹ ਤੋਂ ਬਾਅਦ ਤੁਸੀਂ ਕੀ ਕਰਨਾ, ਕਿਹੜੀ ਫੀਸ ਪੇ ਕਰਨੀ। ਫੀਸ ਤੁਸੀਂ ਬਾਅਦ ਚੋਂ ਪੇ ਕਰਨੀ ਹੈ, ਠੀਕ ਹੈ। ਮਤਲਬ ਸਟੈਪ ਬਾਏ ਸਟੈਪ ਚੱਲਣਾ। ਪਹਿਲੇ EOI ਫਿਲ ਕਰੋਗੇ, ਫਿਰ ਤੁਹਾਨੂੰ ਇਨਵੀਟੇਸ਼ਨ ਟੂ ਅਪਲਾਈ ਆਏਗਾ, ਤੁਸੀਂ ਉਹਦੇ ਲਈ ਆਪਣਾ ਪੂਰੇ ਡਾਕੂਮੈਂਟਸ ਲਗਾਓਗੇ, ਫਿਰ ਤੁਸੀਂ ਆਹ ਵਾਲੀ ਫਿਲ ਕਰਨੀ ਹੈ। ਤੇ ਤੁਸੀਂ ਇੱਥੋਂ ਇਹ ਵੀ ਚੈੱਕ ਕਰ ਸਕਦੇ ਹੋ ਕਿ EOI ਦੀ ਸਿਲੈਕਸ਼ਨ ਡਾਊਨਲੋਡਸ ਕਿੰਨੇ ਹੁਣ ਤੱਕ ਆ ਚੁੱਕੇ, ਮਤਲਬ ਡਰਾਸ ਕਿੰਨੇ ਹੁਣ ਤੱਕ ਆ ਚੁੱਕੇ। ਲੇਟੈਸਟ ਆਇਆ ਸੀ 24 ਸਤੰਬਰ ਨੂੰ, 82 ਕੱਟ ਆਫ ਗਈ ਸੀ ਉਹਦੀ, ਠੀਕ ਹੈ। ਆਹ ਸਾਰੇ NOC ਕੋਡ ਵਿੱਚ ਇਨਕਲੂਡ ਕਰਤੇ ਉਹਨਾਂ ਨੇ। ਤੁਸੀਂ ਬਾਕੀ ਚੈੱਕ ਕਰ ਲੈਣਾ ਇਸ PDF ਨੂੰ ਵੀ ਕਿ ਕਿਹੜੇ NOC ਇਨ ਡਿਮਾਂਡ ਹੈ, ਤੇ ਤੁਹਾਡਾ NOC ਇਹਨਾਂ ਵਿੱਚ ਕਿਸੇ 'ਚ ਆ ਰਿਹਾ, ਤੁਸੀਂ ਜਲਦੀ ਆਪਣੀ ਫਾਈਲ ਅਪਲਾਈ ਕਰ ਦਿਓ, ਠੀਕ ਹੈ। ਇਹ ਤੁਸੀਂ PDF ਦੇਖ ਸਕਦੇ ਹੋ, ਮਤਲਬ ਇਹ ਪੂਰਾ ਹੀ ਪੇਜ ਤੁਹਾਨੂੰ ਸਾਰੀ ਹੀ ਨੌਲੇਜ ਦੇ ਦੇਗਾ, ਤੁਸੀਂ ਕਿੱਥੇ ਕੀ ਕਰਨਾ, ਠੀਕ ਹੈ। EOI ਕਰਨ ਤੋਂ ਬਾਅਦ ਤੁਸੀਂ ਇੱਕ ਵਾਰ ਸਾਰਾ ਕੁਝ ਇੱਥੇ ਵੀ ਦੇਖ ਲੈਣਾ ਵਾ, ਠੀਕ ਹੈ। EOI ਦੀ ਗਾਈਡ ਪ੍ਰੋਪਰ ਤੁਹਾਨੂੰ ਮੈਂ ਦੱਸਦੀ ਪਿੱਛੋਂ ਡਾਊਨਲੋਡ ਕਿਵੇਂ ਕਰਨੀ ਹੈ, ਤੁਸੀਂ ਪੁਆਇੰਟ ਅਸੈਸਮੈਂਟ ਕਿਵੇਂ ਕਰਨੇ ਆਪਣੇ, ਠੀਕ ਹੈ। ਹਾਊ ਟੂ ਅਪਲਾਈ, ਪੂਰਾ EOI ਸਿਸਟਮ ਕਿਵੇਂ ਵਰਕ ਕਰਦਾ, ਠੀਕ ਹੈ। ਤੁਹਾਨੂੰ ਜੋ ਦੱਸਿਆ ਮੈਂ ਵੈਸੇ ਤਾਂ ਉਵੇਂ ਹੋਣਾ। ਤੁਸੀਂ ਆਪਣਾ EOI ਅਪਲਾਈ ਕਰੋਗੇ, ਤੁਹਾਨੂੰ ਇਨਵੀਟੇਸ਼ਨ ਟੂ ਅਪਲਾਈ ਆਏਗਾ, ਫਿਰ ਡਾਕੂਮੈਂਟਸ ਚਾਹੀਦੇ ਹੋਣਗੇ, ਉਹ ਫਾਰਮ ਫਿਲ ਕਰੋਗੇ, ਤੇ ਤੁਸੀਂ ਆਪਣੀ ਇੱਧਰ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਲਗਾਈ ਹੋਊਗੀ। ਜਿੱਦਾਂ ਹੀ ਤੁਹਾਨੂੰ IT ਆਉਂਦਾ, ਤੁਸੀਂ ਆਪਣੀ ਫਾਈਲ ਅੱਗੇ ਫਰਦਰ ਅਪਲਾਈ ਕਰ ਸਕਦੇ ਹੋ, ਪਰ ਥੋੜਾ ਕੱਟ ਆਫ ਨਿਕਲਣੀ ਜ਼ਰੂਰੀ ਹੈ, ਠੀਕ ਹੈ। ਸੇਮ ਹੀ ਹੈ, ਅਪਲਾਈ ਆਨਲਾਈਨ ਟੂ SINP, ਚਾਹੇ ਇੱਥੇ ਕਲਿੱਕ ਕਰ ਦਿਓ, ਚਾਹੇ ਉੱਪਰ EOI ਤੇ ਕਲਿੱਕ ਕਰ ਦਿਓ, ਸੇਮ ਹੀ ਇੱਥੇ ਵੀ ਤੁਸੀਂ ਕਲਿੱਕ ਕਰਕੇ ਅਪਲਾਈ ਕਰ ਸਕਦੇ ਹੋ। ਬਾਕੀ ਇਹ ਸਭ ਕੁਝ ਇੱਥੇ ਮੈਂਸ਼ਨ ਹੈ, ਪੂਰੀ ਸਾਈਟ ਤੁਸੀਂ ਧਿਆਨ ਨਾਲ ਦੇਖ ਲੈਣੀ, ਤੁਹਾਨੂੰ ਸਭ ਕੁਝ ਇੱਕ ਚੀਜ਼ ਇੱਥੇ ਕਲੀਅਰ ਹੋ ਜਾਏਗੀ। ਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਠੀਕ ਲੱਗੀ ਹੋਊਗੀ, ਵਧੀਆ ਲੱਗੀ ਹੋਊਗੀ, ਤੁਹਾਨੂੰ ਗਾਈਡੈਂਸ ਮਿਲੀ ਹੋਊਗੀ ਕਿ ਤੁਸੀਂ ਖੁਦ ਆਪਣੀ ਫਾਈਲ ਅਪਲਾਈ ਕਿਵੇਂ ਕਰਨੀ ਹੈ, ਕਿਵੇਂ ਚੈੱਕ ਕਰਨਾ ਤੁਸੀਂ ਐਲੀਜੀਬਲ ਹੋ ਕਿ ਨਹੀਂ। ਤੇ ਇਹ ਸਭ ਕੁਝ ਬਹੁਤ ਈਜ਼ੀ ਨੇ, ਆਪਾਂ ਨੂੰ ਏਜੰਟਸ ਕੋਲ ਜਾਣ ਦੀ ਕੋਈ ਲੋੜ ਨਹੀਂ ਹੈ। ਉਲਟਾ ਏਜੰਟਸ ਕੋਲ ਜਾਣਾ ਕਈ ਵਾਰੀ ਆਪਣਾ ਜੋ ਆਪਣਾ ਐਕਚੁਅਲ ਫਾਈਲ ਹੁੰਦੀ ਹੈ ਉਹ ਖਰਾਬ ਹੋ ਜਾਂਦੀ ਹੈ, ਤੇ ਆਪਾਂ ਕਿੰਨੇ ਸਾਲ ਕਈ ਵਾਰ ਵੇਟ ਕਰਦੇ ਰਹਿੰਦੇ ਹਾਂ। ਜੇ ਖੁਦ ਅਪਲਾਈ ਕਰਾਂਗੇ, ਆਪਾਂ ਨੂੰ ਆਪਣੀ ਇੱਕ ਚੀਜ਼ ਬਾਰੇ ਪ੍ਰੋਪਰ ਪਤਾ ਹੋਊਗਾ, ਤੇ ਆਪਾਂ ਸਹੀ ਫਿਲ ਕਰ ਸਕਾਂਗੇ,
ਤੇ ਸਭ ਕੁਝ ਇੱਥੇ ਇਨਫੋਰਮੇਸ਼ਨ ਦਿੱਤੀ ਹੋਈ, ਤੁਸੀਂ ਆਪਣਾ NOC ਕਿਵੇਂ ਦੇਖਣਾ ਹੈ, NOC ਸਭ ਕੁਝ ਇਨਫੋਰਮੇਸ਼ਨ ਹੈ ਕਿ ਕਿਹੜਾ NOC ਲਗਾਉਣਾ ਹੈ, ਕਿਹਦੀ ਡਿਮਾਂਡ ਹੈ, ਕਿਹੜੇ ਆਕੂਪੇਸ਼ਨ ਨਹੀਂ ਡਿਮਾਂਡ 'ਚ ਹੈਗੇ, ਕਿੰਨੀ ਕੱਟ ਆਫ ਜਾ ਰਹੀ ਹੈ, ਇਸ पेज से सारा कुछ मिल जाएगा। बाकी लिंक मैं अपने डिस्क्रिप्शन बॉक्स शेयर करूँगी। थैंक यू गाइस। ਤੁਹਾਨੂੰ अगर वीडियो पसंद आई है तो प्लीज़ लाइक शेयर एंड सबसक्राइब माई चैनल, ताकि ਮੈਨੂੰ थोड़ा हौसला मिले होर वीडियोस अपडेट ਕਰਨ ਦਾ, ਤੁਹਾਨੂੰ ਹੋਰ ਇਨਫੋਰਮੇਸ਼ਨ ਦੇਣ ਦਾ। थैंक यू एवरीवन।